ਸ੍ਰੀ ਰਾਗ ਮਹਿਲਾ ਤੀਜਾ। ਬਹੁ ਭੇਖ ਕਰ ਪਰਮਾਈਐ, ਮਨ ਹਿਰਦੈ ਕਪਟ ਕਮਾਏ। ਹਰ ਕਾ ਮਹਿਲ ਨਾ ਪਾਵਈ, ਮਰ ਵਿਸ਼ਟਾ ਮਹੇ ਸਮਾਏ। ਬਹੁ ਭੇਖ ਕਰ ਦਾ ਮਤਲਬ ਬਹੁਤ ਸਾਰੇ ਧਾਰਮਿਕ ਪਹਿਨਾਵੇ ਪਹਿਨ ਕੇ, ਜਿਹੜੇ ਸਰੀਰ ਦੇ ਉੱਤੇ ਭੇਖ ਧਾਰਨ ਕਰਨੇ ਨੇ। ਪਰਮਾਈਏ ਦਾ ਮਤਲਬ ਭਟਕੀ ਦਾ ਹੈ, ਜੀਵਨ ਦੇ ਸਹੀ ਰਾਸਤੇ ਤੋਂ ਖੁੰਝੇ ਰਹੀਦਾ। ਮਨ ਦਾ ਮਤਲਬ ਮਨ ਵਿੱਚ, ਕਪਟ ਦਾ ਮਤਲਬ ਧੋਖਾ, ਕਮਾਏ ਦਾ ਮਤਲਬ ਕਮਾ ਕੇ ਕਰਕੇ। ਬਹੁਤੇ ਧਾਰਮਿਕ ਪਹਿਨਾਵੇ ਪਹਿਨ ਕੇ ਦੂਜਿਆਂ ਨੂੰ ਠੱਗਣ ਲਈ ਆਪਣੇ ਮਨ ਵਿੱਚ, ਹਿਰਦੇ ਵਿੱਚ ਖੋਟ ਕਮਾ ਕੇ ਆਪ ਹੀ ਭਟਕਣਾ ਦੇ ਅੰਦਰ ਪੈ ਜਾਈਦਾ। ਯਾਨੀ ਬਾਹਰੀ ਤੌਰ ਤੇ ਜੋ ਲੋਕ ਵਿਖਾਵੇ ਤੌਰ ਤੇ ਧਾਰਮਿਕ ਪਹਿਨਾਵੇ ਪਹਿਨਦੇ ਨੇ, ਲੇਕਿਨ ਦੂਜਿਆਂ ਨੂੰ ਠੱਗਣ ਵਾਸਤੇ ਮਨ ਦੇ ਅੰਦਰ ਛਲ ਕਪਟ ਹੈ, ਕਪਟ ਔਰ ਛਲ ਵਾਲੇ ਕਰਮ ਕਰਦੇ ਨੇ। ਗੁਰੂ ਜੀ ਕਹਿੰਦੇ ਨੇ ਐਸੇ ਲੋਕ ਅਸਲ ਦੇ ਅੰਦਰ ਆਪ ਹੀ ਭਟਕਣਾ ਵਿੱਚ ਪੈ ਜਾਂਦੇ ਨੇ। ਜੀਵਨ ਦੇ ਅਸਲ ਰਾਹ ਤੋਂ ਐਵੇਂ ਕਰਨ ਦੇ ਨਾਲ ਖੁੰਝ ਜਾਈਦਾ। ਹਰ ਕਾ ਮਹਿਲ ਨਾ ਪਾਵਈ, ਮਰ ਵਿਸ਼ਟਾ ਮਹੇ ਸਮਾਏ। ਵਿਸ਼ਟਾ ਦਾ ਮਤਲਬ ਗੰਦਗੀ, ਮਹਿਲ ਦਾ ਮਤਲਬ ਟਿਕਾਣਾ, ਸਮਾਏ ਦਾ ਮਤਲਬ ਸਮਾ ਜਾਂਦਾ ਹੈ। ਮਰ ਦਾ ਮਤਲਬ ਮਰ ਕੇ, ਮਰ ਕੇ ਸਰੀਰਕ ਮੌਤ ਮਰ ਕੇ ਨਹੀਂ, ਐਸੇ ਜ਼ਿੰਦਗੀ ਵਿੱਚ ਆਤਮਿਕ ਮੌਤ ਤੇ ਮਰ ਕੇ। ਜਿਹੜਾ ਵੀ ਇਨਸਾਨ ਐਸੀ ਠੱਗੀ ਕਰਦਾ ਹੈ, ਵਿਖਾਵਾ ਕਰਦਾ ਹੈ, ਉਹ ਪ੍ਰਭੂ ਦੀ ਹਜ਼ੂਰੀ ਪ੍ਰਾਪਤ ਨਹੀਂ ਕਰ ਸਕਦਾ, ਉਹ ਪ੍ਰਭੂ ਦਾ ਮਿਲਾਪ ਹਾਸਲ ਨਹੀਂ ਕਰ ਸਕਦਾ। ਸਗੋਂ ਆਤਮਿਕ ਮੌਤ ਸਹਿੜ ਕੇ ਠੱਗੀਆਂ ਆਦਿਕ ਵਿਕਾਰਾਂ ਦੇ ਗੰਧ ਦੇ ਅੰਦਰ ਹੀ ਫਸਿਆ ਰਹਿੰਦਾ ਹੈ। ਸਾਰੀ ਜ਼ਿੰਦਗੀ ਠੱਗੀਆਂ ਮਾਰਨ, ਵਿਕਾਰ ਕਮਾਉਣ ਦੇ ਗੰਧ ਦੇ ਅੰਦਰ ਹੀ ਫਸਿਆ ਰਹਿੰਦਾ ਹੈ। ਕਦੇ ਵੀ ਬੰਦਾ ਰੱਬ ਦਾ ਟਿਕਾਣਾ ਨਹੀਂ ਪਾਉਂਦਾ ਔਰ ਆਤਮਿਕ ਮੌਤ ਤੇ ਮਰਿਆ ਰਹਿੰਦਾ ਹੈ ਠੱਗੀਆਂ ਮਾਰਨ ਵਾਲਾ। ਇਸ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਗੁਰੂ ਜੀ ਉਪਦੇਸ਼ ਦੇ ਰਹੇ ਨੇ, ਮਨ ਰੇ ਗ੍ਰਹਿ ਹੀ ਮਾਹੇ ਉਦਾਸ। ਗ੍ਰਹਿ ਹੀ ਮਾਹੇ ਦਾ ਮਤਲਬ ਘਰ ਦੇ ਵਿੱਚ, ਗ੍ਰਸਤ ਦੇ ਅੰਦਰ, ਕਿ ਹੇ ਮੇਰੇ ਮਨ, ਘਰ ਗ੍ਰਸਤ ਵਿੱਚ ਰਹਿੰਦਾ ਹੋਇਆ ਹੀ ਨਿਰਲੇਪ ਰਹੋ। ਉਦਾਸ ਦਾ ਮਤਲਬ ਨਿਰਲੇਪ ਰਹਿਣਾ। ਤਾਂ ਗੁਰੂ ਜੀ ਇੱਥੇ ਇਹਨਾਂ ਚੀਜ਼ਾਂ ਦਾ ਖੰਡਨ ਕਰ ਰਹੇ ਨੇ। ਜੋ ਲੋਕ ਘਰ ਗ੍ਰਸਤੀ ਨੂੰ ਤਿਆਗ ਕੇ ਤਿਆਗੀ ਬਣ ਜਾਂਦੇ ਨੇ ਤੇ ਉਹਨੂੰ ਸਮਝਦੇ ਨੇ ਸ਼ਾਇਦ ਇਹ ਧਰਮ ਹੈ, ਤੇ ਭੇਖ ਧਾਰਨ ਕਰਦੇ ਨੇ ਤੇ ਠੱਗੀਆਂ ਮਾਰਦੇ ਨੇ। ਗੁਰੂ ਜੀ ਕਹਿੰਦੇ ਨੇ ਇਹ ਕੋਈ ਧਰਮ ਨਹੀਂ, ਇਹ ਕੋਈ ਉਦਾਸ ਨਹੀਂ, ਇਹ ਕੋਈ ਵੈਰਾਗ ਨਹੀਂ। ਆਪਣੇ ਘਰ ਗ੍ਰਸਤ ਦੇ ਅੰਦਰ ਰਹਿੰਦਿਆਂ ਹੀ ਨਿਰਲੇਪ ਰਹੋ, ਵਿਕਾਰਾਂ ਤੋਂ, ਠੱਗੀਆਂ ਤੋਂ ਬਚਿਆ ਰਹੋ, ਸੱਚ ਦੇ ਨਾਲ ਜੁੜਿਆ ਰਹੋ। ਸੱਚ ਸੰਜਮ ਕਰਨੀ ਸੋ ਕਰੇ, ਗੁਰਮੁਖ ਹੋਏ ਪ੍ਰਗਾਸ ਰਹਾਓ। ਸੱਚ ਦਾ ਮਤਲਬ ਸੱਚ, ਸੰਜਮ ਦਾ ਮਤਲਬ ਵਿਕਾਰਾਂ ਵੱਲੋਂ ਪਰਹੇਜ਼, ਕਰਨੀ ਦਾ ਮਤਲਬ ਕਰਨ ਯੋਗ ਜੋ ਕੰਮ ਨੇ ਚੰਗੇ, ਪ੍ਰਗਾਸ ਦਾ ਮਤਲਬ ਆਤਮਿਕ ਚਾਨਣਾ, ਸੂਝ। ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਦੀ ਸ਼ਰਨ ਪੈ ਕੇ ਸੂਝ ਪੈਦਾ ਹੋ ਜਾਂਦੀ ਹੈ, ਆਤਮਿਕ ਜੀਵਨ ਦਾ ਗਿਆਨ ਪੈਦਾ ਹੋ ਜਾਂਦਾ ਹੈ, ਜੀਵਨ ਦਾ ਸਹੀ ਰਾਸਤਾ ਜਿਸ ਨੂੰ ਮਿਲ ਜਾਂਦਾ ਹੈ, ਉਹ ਰੱਬੀ ਸਿਫਤ ਸਲਾਹ ਦੀ ਕਮਾਈ ਕਰਦਾ ਹੈ, ਵਿਕਾਰਾਂ ਵੱਲੋਂ ਸੰਕੋਚ ਕਰਦਾ ਹੈ। ਇਸ ਲਈ ਹੇ ਮੇਰੇ ਮਨਾ, ਗੁਰੂ ਦੀ ਸ਼ਰਨ ਪੈ ਕੇ ਇਹ ਕਰਨ ਯੋਗ ਕੰਮ ਕਰਨ ਦੀ ਜਾਚ ਸਿੱਖ। ਕਿਉਂਕਿ ਜੋ ਵੀ ਗੁਰੂ ਦੇ ਚਰਨਾਂ ਦੀ ਸ਼ਰਨ ਲੈਂਦਾ ਹੈ, ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਂਦਾ ਹੈ, ਉਹਦੇ ਅੰਦਰ ਆਤਮਿਕ ਸੂਝ ਪੈਦਾ ਹੁੰਦੀ ਹੈ, ਜੀਵਨ ਨੂੰ ਸਹੀ ਜੀਵਨ ਦਾ ਗਿਆਨ ਪੈਦਾ ਹੁੰਦਾ ਹੈ। ਫਿਰ ਉਹ ਸੱਚ ਕਮਾਉਂਦਾ ਹੈ, ਫਿਰ ਉਹ ਵਿਕਾਰਾਂ ਵੱਲੋਂ ਆਪਣੇ ਆਪ ਨੂੰ ਵਰਜਦਾ ਹੈ ਔਰ ਚੰਗੇ ਕਰਮ ਕਰਦਾ ਹੈ। ਗੁਰ ਕੈ ਸ਼ਬਦ ਮਨ ਜੀਤਿਆ, ਗਤ ਮੁਕਤ ਘਰੈ ਮਹਿ ਪਾਏ। ਸ਼ਬਦ ਦਾ ਮਤਲਬ ਸ਼ਬਦ ਦੀ ਰਾਹੀਂ, ਗਤ ਦਾ ਮਤਲਬ ਉੱਚੀ ਆਤਮਿਕ ਅਵਸਥਾ, ਉੱਚੀ ਸੋਚ, ਪਵਿੱਤਰ ਸੋਚ, ਤੇ ਮੁਕਤ ਦਾ ਮਤਲਬ ਮੁਕਤੀ ਯਾਨੀ ਵਿਕਾਰਾਂ ਤੋਂ ਖਲਾਸੀ। ਜਿਸ ਮਨੁੱਖ ਨੇ ਗੁਰੂ ਸ਼ਬਦ ਵਿੱਚ ਜੁੜ ਕੇ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਮਨ ਨੂੰ ਵਸ ਵਿੱਚ ਕਰ ਲਿਆ, ਉਹ ਗ੍ਰਸਤ ਦੇ ਅੰਦਰ ਰਹਿੰਦਿਆਂ ਹੀ ਉੱਚੀ ਆਤਮਿਕ ਅਵਸਥਾ, ਉੱਚੀ ਸੋਚ ਹਾਸਲ ਕਰ ਲੈਂਦਾ ਹੈ ਔਰ ਉਹ ਜਿਉਂਦਾ ਹੀ ਮੁਕਤੀ ਹਾਸਲ ਕਰ ਲੈਂਦਾ ਹੈ, ਮਤਲਬ ਵਿਕਾਰਾਂ ਤੋਂ ਖੁਲਾਸੀ ਪਾ ਲੈਂਦਾ ਹੈ। ਹਰ ਕਾ ਨਾਮ ਧਿਆਈਐ, ਸਤ ਸੰਗਤ ਮੇਲ ਮਿਲਾਏ। ਮੇਲ ਦਾ ਮਤਲਬ ਮੇਲ ਵਿੱਚ, ਇਕੱਠ ਵਿੱਚ, ਮਿਲਾਏ ਦਾ ਮਤਲਬ ਮਿਲ ਕੇ।
ਇਸ ਵਾਸਤੇ हे ਮੇਰੇ ਮਨ ਸਾਧ ਸੰਗਤ ਦੇ ਇਕੱਠ ਵਿੱਚ ਮਿਲ ਕੇ ਪ੍ਰਭੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਰੱਬੀ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ ਹੈ ਔਰ ਗੁਰਮੁਖਾਂ ਦੀ, ਚੰਗੇ ਇਨਸਾਨਾਂ ਦੀ, ਸਚਿਆਰ ਪੁਰਸ਼ਾਂ ਦੀ ਸੰਗਤ ਕਰਨੀ ਚਾਹੀਦੀ ਹੈ। ਜੇ ਲੱਖ ਇਸਤਰੀਆਂ ਭੋਗ ਕਰਹੈਂ ਨਵਖੰਡ ਰਾਜ ਕਮਾਹੇ। ਨਵਖੰਡ ਦਾ ਮਤਲਬ 9 ਖੰਡ, ਸਾਰੀ ਪ੍ਰਿਥਵੀ। ਗੁਰੂ ਜੀ ਕਹਿੰਦੇ ਨੇ ਕਿ ਸਪੋਜ਼ ਜੇ ਤੂੰ ਕਾਮ ਵਾਸਨਾ ਵਾਸਤੇ ਜਾਂ ਕਾਮ ਵਾਸਨਾ ਦੇ ਅਧੀਨ ਲੱਖਾਂ ਇਸਤਰੀਆਂ ਵੀ ਭੋਗ ਲਵੇਂ ਔਰ ਜੇ ਤੂੰ ਸਾਰੀ ਕਾਇਨਾਤ ਦਾ ਬਾਦਸ਼ਾਹ ਵੀ ਬਣ ਜਾਏ ਤਾਂ ਬਿਨ ਸਤਿਗੁਰ ਸੁਖ ਨਾ ਪਾਵਈ, ਫਿਰ ਜੋਨੀ ਪਾਹੇ। ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਤੋਂ ਬਿਨਾ ਆਤਮਿਕ ਸੁਖ ਨਹੀਂ ਮਿਲਦਾ, ਅੰਦਰ ਦੀ ਖੁਸ਼ੀ ਸ਼ਾਂਤੀ ਨਹੀਂ ਮਿਲਦੀ। ਫਿਰ ਜੋਨੀ ਪਾਹੇ ਦਾ ਮਤਲਬ ਮੁੜ ਕੇ ਬੰਦਾ ਪਸ਼ੂ ਬਿਰਤੀਆਂ ਵਿੱਚ ਪੈਂਦਾ ਹੈ, ਮੁੜ ਕੇ ਇਹਦੇ ਅੰਦਰ ਵਿਕਾਰ, ਪਸ਼ੂ ਬਿਰਤੀਆਂ ਪੈਦਾ ਹੁੰਦੀਆਂ ਨੇ। ਬੇਸ਼ੱਕ ਲੱਖਾਂ ਇਸਤਰੀਆਂ ਭੋਗ ਲੈ, ਸਾਰੇ ਸੰਸਾਰ ਦਾ ਰਾਜ ਕਮਾ ਲੈ, ਪਰ ਜੇ ਗੁਰੂ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਨਹੀਂ ਜੀ ਰਿਹਾ, ਸੱਚ ਦੇ ਰਾਸਤੇ ਤੇ ਨਹੀਂ ਚੱਲ ਰਿਹਾ, ਤਾਂ ਕਦੇ ਵੀ ਉਹਨੂੰ ਆਤਮਿਕ ਮਾਨਸਿਕ ਸੁੱਖ ਨਹੀਂ ਮਿਲੇਗਾ ਔਰ ਮੁੜ ਕੇ ਇਹ ਪਸ਼ੂ ਬਿਰਤੀਆਂ ਦੇ ਅੰਦਰ ਪੈਂਦਾ ਰਹੇਗਾ। ਹਰ ਹਾਰ ਕੰਠ ਜਿਨੀ ਪਹਿਰਿਆ, ਗੁਰ ਚਰਣੀ ਚਿਤ ਲਾਏ। ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਚਰਨਾਂ ਵਿੱਚ ਚਿੱਤ ਜੋੜ ਕੇ ਰੱਬ ਦੇ ਸ਼ੁਭ ਗੁਣਾਂ ਦਾ ਹਾਰ ਪਹਿਨ ਲਿਆ ਹੈ, ਗੁਰ ਚਰਣੀ ਚਿਤ ਲਾਏ, ਗੁਰੂ ਗਿਆਨ ਮੁਤਾਬਕ ਚਿਤ ਲਾ ਕੇ, ਯਾਨੀ ਗੁਰੂ ਦੀ ਜੋ ਵਿਚਾਰਧਾਰਾ ਹੈ, ਗੁਰੂ ਦਾ ਦਿੱਤਾ ਵੇ ਆਫ ਲਾਈਫ ਹੈ, ਜਿਨ੍ਹਾਂ ਨੇ ਉਸ ਵਿੱਚ ਆਪਣੇ ਚਿੱਤ ਨੂੰ ਜੋੜ ਲਿਆ। ਔਰ ਹਰ ਹਾਰ ਦਾ ਮਤਲਬ ਰੱਬੀ ਗੁਣਾਂ ਦਾ ਜੋ ਹਾਰ ਆਪਣੇ ਸੀਨੇ ਵਿੱਚ ਪਰੋ ਲਿਆ, ਮਤਲਬ ਕਿ ਗੁਣਾਂ ਅਨੁਸਾਰ ਜਿਨ੍ਹਾਂ ਨੇ ਜ਼ਿੰਦਗੀ ਜੀਵੀ, ਉਹਨਾਂ ਨੂੰ ਫਿਰ ਮਿਲਦਾ ਕੀ ਹੈ ਜੀ? ਤਿਨਾਂ ਪਿੱਛੇ ਰਿੱਧ ਸਿੱਧ ਫਿਰੈ, ਉਹਨਾਂ ਤਿਲ ਨਾ ਤਮਾਏ। ਤਮਾਏ ਦਾ ਮਤਲਬ ਤਮ ਹੈ ਲਾਲਚ। ਰਿੱਧ ਸਿੱਧ ਦਾ ਮਤਲਬ ਕਰਾਮਾਤੀ ਸ਼ਕਤੀਆਂ, ਮਾਨਸਿਕ ਸ਼ਕਤੀਆਂ ਔਰ ਸਫਲਤਾਵਾਂ। ਮਾਨਸਿਕ ਸ਼ਕਤੀਆਂ, ਸਫਲਤਾਵਾਂ ਉਹਨਾਂ ਦੇ ਪਿੱਛੇ ਤੁਰੀਆਂ ਫਿਰਦੀਆਂ ਨੇ, ਪਰ ਉਹਨਾਂ ਨੂੰ ਰਤਾ ਪਰ ਵੀ ਲਾਲਚ ਨਹੀਂ ਹੁੰਦਾ, ਯਾਨੀ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਫਿਰ ਲਾਲਚ ਨਹੀਂ ਰਹਿੰਦਾ। ਜੋ ਗੁਰੂ ਦੱਸੇ ਰਾਹਾਂ ਤੇ ਚੱਲਦੇ ਨੇ, ਕਪਟ ਛੱਡ ਦਿੰਦੇ ਨੇ, ਸ਼ੁਭ ਗੁਣਾਂ ਦੇ ਧਾਰਨੀ ਹੋ ਜਾਂਦੇ ਨੇ, ਤੇ ਰਿੱਧੀਆਂ ਸਿੱਧੀਆਂ ਸਫਲਤਾਵਾਂ ਉਹਨਾਂ ਦੇ ਪਿੱਛੇ ਫਿਰਦੀਆਂ ਨੇ। ਮਤਲਬ ਕਿ ਉਹਨਾਂ ਵਾਸਤੇ ਰਿੱਧੀਆਂ ਸਿੱਧੀਆਂ ਦੀ ਕੋਈ ਵੈਲਿਊ ਨਹੀਂ ਰਹਿ ਜਾਂਦੀ, ਜਿਹੜੀਆਂ ਰਿੱਧੀਆਂ ਸਿੱਧੀਆਂ ਦੇ ਪਿੱਛੇ ਲੋਕ ਫਿਰ ਰਹੇ ਨੇ। ਜੋ ਪ੍ਰਭ ਭਾਵੈ ਸੋ ਥੀਐ, ਅਵਰ ਨਾ ਕਰਨਾ ਜਾਏ। ਗੁਰੂ ਦਰਸਾਏ ਰਾਹਾਂ ਤੇ ਤੁਰਨ ਵਾਲੇ ਇਨਸਾਨ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਜੋ ਕੁਛ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ, ਹੋਰ ਕੁਛ ਕੀਤਾ ਨਹੀਂ ਜਾ ਸਕਦਾ। ਰੱਬੀ ਹੁਕਮ ਤੋਂ ਬਾਹਰ ਕੁਛ ਕੀਤਾ ਨਹੀਂ ਜਾ ਸਕਦਾ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਤੇ ਹੁਕਮ ਨੂੰ ਆਪ ਚੰਗੀ ਤਰ੍ਹਾਂ ਸਮਝਦੇ ਹੋ। ਹੁਕਮ, ਰਜ਼ਾ, ਭਾਣਾ ਦਾ ਮਤਲਬ ਸਿਸਟਮ, ਲਾ ਆਫ ਨੇਚਰ। ਜੋ ਵੀ ਕੁਦਰਤ ਦੇ ਬਜਵੇਂ ਨਿਯਮ ਨੇ, ਇਹਨਾਂ ਤੋਂ ਬਾਹਰ ਜਾ ਕੇ ਬੰਦਾ ਕੁਛ ਨਹੀਂ ਕਰ ਸਕਦਾ। ਜੋ ਕੁਦਰਤ ਦੇ ਬਜਵੇਂ ਨਿਯਮ ਨੇ, ਇਹਨਾਂ ਦੇ ਅੰਦਰ ਹੀ ਸਭ ਕੁਝ ਹੋ ਸਕਦਾ ਹੈ। ਤੇ ਇਹਨਾਂ ਨਿਯਮਾਂ ਨੂੰ ਸਮਝ ਕੇ ਉਹਨਾਂ ਮੁਤਾਬਕ ਬੰਦੇ ਨੇ ਬਹੁਤ ਵਿਕਾਸ ਕੀਤਾ ਹੈ, ਕਰ ਰਿਹਾ ਹੈ, ਕਰਦਾ ਰਹੇਗਾ, ਖੁਸ਼ੀਆਂ ਮਾਣਦਾ ਰਹੇਗਾ। ਲੇਕਿਨ ਜੇ ਚਾਹੇ ਕਿ ਰੱਬੀ ਰਜ਼ਾ, ਹੁਕਮ, ਭਾਣੇ, ਸਿਸਟਮ ਤੋਂ ਬਾਹਰ ਕੁਝ ਕਰੇ ਤਾਂ ਐਸਾ ਨਹੀਂ ਹੁੰਦਾ। ਜਨ ਨਾਨਕ ਜੀਵੈ ਨਾਮ ਲੈ, ਹਰ ਦੇਵ ਹੋ ਸਹਿਜ ਸੁਭਾਏ। ਨਾਮ ਦਾ ਮਤਲਬ ਤੇਰੇ ਗੁਣ, ਲੈ ਦਾ ਮਤਲਬ ਲੈ ਕੇ, ਵਰਤ ਕੇ, ਕਿ ਹੇ ਪ੍ਰਭੂ ਮੇਰੇ ਤੇ ਰਹਿਮਤ ਕਰੋ, ਮੈਨੂੰ ਆਪਣੇ ਗੁਣਾਂ ਦੀ ਦਾਤ ਬਖਸ਼ੋ, ਤਾਂ ਕਿ ਆਤਮਿਕ ਅਡੋਲਤਾ ਵਿੱਚ ਟਿਕ ਕੇ, ਤੇਰੇ ਪ੍ਰੇਮ ਵਿੱਚ ਜੁੜ ਕੇ ਮੈਂ ਤੇਰਾ ਦਾਸ ਨਾਨਕ ਆਤਮਿਕ ਜੀਵਨ ਪ੍ਰਾਪਤ ਕਰ ਸਕਾਂ। ਮੈਨੂੰ ਆਪਣੇ ਗੁਣਾਂ ਦੀ ਦਾਤ ਬਖਸ਼ੋ, ਸਿਫਤ ਸਲਾਹ ਦੀ ਦਾਤ ਬਖਸ਼ੋ, ਜਿਸ ਕਰਕੇ ਮੈਂ ਆਤਮਿਕ ਅਡੋਲਤਾ ਵਿੱਚ ਟਿਕ ਕੇ, ਤੁਹਾਡੇ ਪਿਆਰ ਵਿੱਚ ਟਿਕ ਕੇ ਮੈਂ ਆਤਮਿਕ ਜ਼ਿੰਦਗੀ ਜੀ ਸਕਾਂ। ਯਾਨੀ ਜੋ ਪਿਆਰ ਨਾਲ ਮਨ, ਬਚਨ, ਕਰਮ ਕਰਕੇ ਰੱਬੀ ਗੁਣਾਂ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਦਾ ਹੈ, ਉਹ ਇਨਸਾਨ ਆਤਮਿਕ ਜੀਵਨ ਜੀਂਦਾ ਹੈ। ਸ੍ਰੀ ਰਾਗ ਮਹਿਲਾ ਤੀਜਾ।
ਘਰ ਪਹਿਲਾ। ਜਿਸ ਹੀ ਕੀ ਸਿਰਕਾਰ ਹੈ ਤਿਸ ਹੀ ਕਾ ਸਭ ਕੋਇ। ਸਿਰਕਾਰ ਦਾ ਮਤਲਬ ਰਾਜ, ਹਕੂਮਤ। ਜਿਵੇਂ ਜਿਸ ਰਾਜੇ ਦੀ ਹਕੂਮਤ ਹੁੰਦੀ ਹੈ ਨਾ, ਉਹਨੂੰ ਸਭ ਕੋਈ ਮੰਨਦਾ ਹੈ। ਇਸੇ ਤਰ੍ਹਾਂ ਜਿਸ ਮਨੁੱਖ ਨੇ ਆਪਣੇ ਗੁਰੂ ਦੇ ਉੱਤੇ ਵਿਸ਼ਵਾਸ ਲੈਣ ਦਾ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੀ, ਉਹਦੇ ਗਿਆਨ ਇੰਦਰੀ ਵੀ ਉਹਦੇ ਕੰਟਰੋਲ ਦੇ ਅੰਦਰ ਆ ਜਾਂਦੇ ਨੇ ਔਰ ਉਹਦੀ ਗੱਲ ਨੂੰ ਮੰਨਦੇ ਨੇ। ਤਾਂ ਜਿਸ ਦੇਸ਼ ਵਿੱਚ ਜਿਸ ਬਾਦਸ਼ਾਹ ਦੀ ਹਕੂਮਤ ਹੋਵੇ, ਉਸ ਦੇਸ਼ ਦਾ ਹਰੇਕ ਬੰਦਾ ਜੀਵ ਜਿਹੜਾ ਹੈ ਬਾਦਸ਼ਾਹ ਦਾ ਹੋ ਕੇ ਰਹਿੰਦਾ ਹੈ। ਇਸੇ ਤਰ੍ਹਾਂ ਇਸ ਸੰਸਾਰ ਦੇ ਅੰਦਰ ਪ੍ਰਭੂ ਦੀ ਹਕੂਮਤ ਹੈ, ਰਜ਼ਾ ਹੈ, ਭਾਣਾ ਹੈ, ਹੁਕਮ ਹੈ, ਲਾ ਆਫ ਨੇਚਰ ਹੈ। ਤਾਂ ਸਾਨੂੰ ਵੀ ਉਸ ਰੱਬ ਦੇ ਹੋ ਕੇ ਰਹਿਣਾ ਚਾਹੀਦਾ। ਔਰ ਜਿਹੜਾ ਰੱਬ ਦਾ ਹੋ ਕੇ ਰਹਿੰਦਾ ਹੈ, ਮਤਲਬ ਰਜ਼ਾ ਭਾਣੇ ਵਿੱਚ ਰਹਿੰਦਾ ਹੈ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀਂਦਾ ਹੈ, ਉਹ ਆਪਣੇ ਗਿਆਨ ਇੰਦਰੀਆਂ ਦੇ ਉੱਤੇ ਵੀ ਕੰਟਰੋਲ ਕਰ ਲੈਂਦਾ ਹੈ। ਗੁਰਮੁਖ ਕਾਰ ਕਮਾਵਣੀ ਸੱਚ ਘਟ ਪ੍ਰਗਟ ਹੋਏ। ਘਟ ਦਾ ਮਤਲਬ ਹਿਰਦਾ, ਦਿਲ, ਸੋਚ। ਜਿਹੜਾ ਮਨੁੱਖ ਸਤਿਗੁਰ ਦੇ ਸਨਮੁਖ ਰਹਿ ਕੇ ਕਾਰ ਕਰਦਾ ਹੈ, ਗੁਰੂ ਦੇ ਸਨਮੁਖ ਰਹਿ ਕੇ ਜੇ ਕਾਰ ਕੀਤੀ ਜਾਏ, ਮਤਲਬ ਕਿ ਜੇ ਗੁਰੂ ਦੇ ਹੁਕਮ ਵਿੱਚ ਤੁਰਿਆ ਜਾਏ, ਗੁਰਮੁਖ ਕਾਰ ਕਮਾਵਣੀ, ਗੁਰੂ ਦੇ ਹੁਕਮ ਵਿੱਚ ਜ਼ਿੰਦਗੀ ਜੀਵੀ ਜਾਏ, ਸੱਚ ਘਟ ਪ੍ਰਗਟ ਹੋਏ, ਤਾਂ ਸਦਾ ਥਿਰ ਰਹਿਣ ਵਾਲਾ ਪ੍ਰਭੂ ਹਿਰਦੇ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ, ਪ੍ਰਤੱਖ ਦਿਸਦਾ ਹੈ। ਉਹਨਾਂ ਦੇ ਮਨੁੱਖਾਂ ਦੇ ਅੰਦਰੋਂ ਸੱਚ ਪ੍ਰਗਟ ਹੋ ਜਾਂਦਾ ਹੈ। ਹੈ ਤਾਂ ਸੱਚ ਸਾਰਿਆਂ ਦੇ ਅੰਦਰ, ਪਰ ਪ੍ਰਗਟ ਹੋ ਜਾਂਦਾ ਹੈ, ਉਹ ਸੱਚ ਨੂੰ ਅਪਣਾ ਲੈਂਦੇ ਨੇ। ਹੈ ਤਾਂ ਰੱਬ ਸਾਰਿਆਂ ਦੇ ਅੰਦਰ, ਲੇਕਿਨ ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦੇ ਨੇ ਨਾ, ਉਸ ਰੱਬ ਨੂੰ ਅੰਦਰੋਂ ਪ੍ਰਗਟ ਕਰ ਲੈਂਦੇ ਨੇ। ਬੋਲਾਂ ਵਿੱਚੋਂ ਪ੍ਰਗਟ ਹੋਣਾ ਹੈ ਰੱਬ ਨੇ, ਤੁਹਾਡੇ ਬੋਲਾਂ ਵਿੱਚੋਂ, ਤੁਹਾਡੇ ਬਿਹੇਵੀਅਰ ਵਿੱਚੋਂ ਔਰ ਤੁਹਾਡੀ ਸੋਚ ਵਿੱਚੋਂ। ਜੇ ਤੁਹਾਡੀ ਸੋਚ ਵਿੱਚ ਸ਼ੁਭ ਗੁਣ ਨਹੀਂ, ਜੇ ਤੁਹਾਡੇ ਬੋਲਾਂ ਵਿੱਚ ਸੱਚ ਔਰ ਸ਼ੁਭ ਗੁਣ ਨਹੀਂ, ਜੇ ਤੁਹਾਡੇ ਬਿਹੇਵੀਅਰ ਵਿੱਚ ਸੱਚ ਔਰ ਸ਼ੁਭ ਗੁਣ ਨਹੀਂ, ਔਰ ਤੁਸੀਂ ਜਾਂ ਮੈਂ ਜਾਂ ਕੋਈ ਥਰਡ ਪਰਸਨ ਇਹ ਕਹਿ ਰਿਹਾ ਕਿ ਮੈਂ ਧਾਰਮਿਕ ਹਾਂ, ਤਾਂ ਉਹ ਧੋਖੇਬਾਜ਼ ਹੈ, ਆਪਣੇ ਆਪ ਨੂੰ ਧੋਖਾ ਦੇ ਰਿਹਾ। ਗੁਰੂ ਦੇ ਦੱਸੇ ਰਾਹਾਂ ਤੇ ਤੁਰਿਆ ਰੱਬ ਪ੍ਰਗਟ ਹੋ ਜਾਂਦਾ। ਇਹ ਨਹੀਂ ਕਿ ਉਹ ਦੀਵਾ ਬਣ ਕੇ ਜਗ ਪੈਂਦਾ, ਬੋਲਾਂ ਵਿੱਚੋਂ, ਬਿਹੇਵੀਅਰ ਵਿੱਚੋਂ, ਸੋਚ ਦੇ ਅੰਦਰੋਂ ਗੁਣਾਂ ਰਾਹੀਂ ਪ੍ਰਗਟ ਹੁੰਦਾ। ਅੰਤਰ ਜਿਸ ਕੈ ਸੱਚ ਵਸੈ, ਸੱਚੇ ਸੱਚੀ ਸੋਏ। ਸੱਚੇ ਸੋਏ, ਸੱਚੇ ਦੀ ਸ਼ੋਭਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਸ ਮਨੁੱਖ ਦੇ ਅੰਦਰ ਸੱਚ ਵਸ ਜਾਂਦਾ ਹੈ, ਉਹ ਇਨਸਾਨ ਸੱਚਾ ਹੋ ਜਾਂਦਾ ਹੈ, ਤੇ ਉਸ ਸੱਚੇ ਦੀ ਸ਼ੋਭਾ ਵੀ ਸੱਚੀ ਹੁੰਦੀ ਹੈ। ਜਿਹਦੇ ਅੰਦਰ ਸੱਚ ਵਸ ਜਾਂਦਾ ਨਾ, ਸੋਚ ਅੰਦਰ, ਉਹ ਇਨਸਾਨ ਸੱਚਾ ਹੋ ਜਾਂਦਾ ਹੈ, ਤੇ ਸੱਚੇ ਇਨਸਾਨ ਦੀ ਸ਼ੋਭਾ ਵੀ ਸੱਚੀ ਹੁੰਦੀ ਹੈ। ਸੱਚੇ ਮਾਰਗ ਚੱਲਦੇ ਹਾਂ ਉਸਤਤ ਕਰੇ ਜਹਾਨ, ਜਹ ਜਾਈਏ ਤਹਾਂ ਸੁਹੇਲੇ। ਫਿਰ ਜਿੱਥੇ ਵੀ ਉਹ ਜਾਂਦਾ ਹੈ, ਉੱਥੇ ਉਹ ਸੁਖੀ ਔਰ ਸ਼ਾਂਤ ਰਹਿੰਦਾ ਹੈ। ਸੱਚ ਮਿਲੇ ਸੇ ਨਾ ਵਿਛੁੜੈ, ਤਿਨ ਨਿਜ ਘਰ ਵਾਸਾ ਹੋਏ। ਸੱਚ ਦਾ ਮਤਲਬ ਸੱਚ ਵਿੱਚ, ਜਿਹੜੇ ਸੱਚ ਦੇ ਅੰਦਰ ਮਿਲ ਜਾਂਦੇ ਨੇ, ਸੇ ਨਾ ਵਿਛੁੜੇ, ਉਹ ਮੁੜ ਕੇ ਵਿਛੁੜਦੇ ਨਹੀਂ। ਜੋ ਰੱਬ ਦੇ ਅੰਦਰ ਮਿਲ ਗਏ, ਉਹ ਫਿਰ ਵਿਛੁੜਦੇ ਨਹੀਂ। ਜਿਹੜੀ ਬੂੰਦ ਸਮੁੰਦਰ ਵਿੱਚ ਮਿਲ ਜਾਏ, ਉਹ ਵਿਛੁੜਦੀ ਨਹੀਂ, ਫਿਰ ਉਹ ਸਮੁੰਦਰ ਦਾ ਰੂਪ ਹੋ ਜਾਂਦੀ ਹੈ। ਤਿੰਨ ਨਿਜ ਘਰ ਵਾਸਾ ਹੋਏ, ਉਹਨਾਂ ਦਾ ਆਪਣੇ ਘਰ ਵਿੱਚ ਟਿਕਾਣਾ ਹੋ ਜਾਂਦਾ ਹੈ, ਵਾਸ ਹੋ ਜਾਂਦਾ ਹੈ। ਹੁਣ ਨਿਜ ਘਰ ਵਾਸਾ, ਨਿਜ ਸਰੂਪ ਵਿੱਚ ਵਾਸਾ ਹੋਣ ਦਾ ਮੀਨਿੰਗ ਕੀ ਹੈ? ਮਤਲਬ ਉਹਨਾਂ ਦਾ ਜਿਹੜਾ ਮਨ ਹੈ ਫਿਰ ਵਿਕਾਰਾਂ ਵੱਲ ਭਟਕਦਾ ਨਹੀਂ ਹੈ। ਉਹਨਾਂ ਦਾ ਮਨ, ਉਹਨਾਂ ਦਾ ਧਿਆਨ, ਉਹਨਾਂ ਦੀ ਸੋਚ, ਸੁਰਤ, ਕੋਈ ਸ਼ਬਦ ਵਰਤ ਲਓ, ਵਿਕਾਰਾਂ ਵੱਲ ਨਹੀਂ ਭਟਕਦਾ। ਲੋਭ, ਮੋਹ, ਹੰਕਾਰ, ਈਰਖਾ, ਦਵੇਸ਼ ਵਰਗੇ ਵਿਚਾਰ ਉਹਨਾਂ ਦੇ ਅੰਦਰ ਪੈਦਾ ਨਹੀਂ ਹੁੰਦੇ। ਉਹਨਾਂ ਦਾ ਹਿਰਦੇ ਦੇ ਅੰਦਰ ਨਿਵਾਸ ਹੋ ਜਾਂਦਾ ਹੈ, ਭਾਵ ਸ਼ੁਭ ਗੁਣਾਂ ਦੇ ਵਿੱਚ ਉਹ ਹਮੇਸ਼ਾ ਟਿਕੇ ਰਹਿੰਦੇ ਨੇ। ਜੋ ਸੱਚ ਦੇ ਅੰਦਰ ਮਿਲ ਗਏ, ਉਹ ਕਦੇ ਵਿਛੁੜਦੇ ਨਹੀਂ, ਉਹਨਾਂ ਦਾ ਨਿਜ ਸਰੂਪ ਦੇ ਅੰਦਰ ਵਾਸਾ ਹੋ ਜਾਂਦਾ ਹੈ, ਭਾਵ ਕਿ ਉਹਨਾਂ ਦਾ ਮਨ ਵਿਕਾਰਾਂ ਵੱਲ ਭਟਕਦਾ ਨਹੀਂ। ਮੇਰੇ ਰਾਮ ਮੈਂ ਹਰ ਬਿਨ ਅਵਰ ਨਾ ਕੋਏ। हे मेरे राम, हे रमे हुए प्रभु, तेरे तो बिना मेरा कोई आसरा नहीं है। पहली गल, तेरे तो बिना मेरा कोई आसरा नहीं है कि जिदा मैं आसरा लवां किसी जोतशी दा, किसी बाबे दा, किसी करामात दा, कोई आसरा नहीं। पहली गल।
ਤੇ ਦੂਜੀ ਗੱਲ, ਹੈ ਮੇਰੇ ਰਮੇ ਹੋਏ ਪ੍ਰਭੂ, ਤੇਰੇ ਤੋਂ ਬਿਨਾ ਮੈਨੂੰ ਕੋਈ ਹੋਰ ਨਜ਼ਰੀ ਨਹੀਂ ਪੈਂਦਾ। ਮੈਂ ਹਰ ਬਿਨ ਅਵਰ ਨਾ ਕੋਈ, ਮੈਨੂੰ ਤੇਰੇ ਤੋਂ ਬਿਨਾ ਕੋਈ ਨਜ਼ਰੀ ਨਹੀਂ ਪੈਂਦਾ। ਤੂੰ ਹੀ ਪਸਰਿਆ ਹੋਇਆ ਚਫੇਰੇ, ਜਹ ਦੇਖਾਂ ਜਹ ਦੇਖਾਂ ਤਹ ਤਹ, ਜਿਧਰ ਜਿਧਰ ਵੇਖਣਾ ਉਧਰ ਤੂੰ ਹੀ ਤੂੰ ਹੈ। ਦੋਏ ਦੋਏ ਲੋਚਨ ਪੇਖਾਂ, ਹੋ ਹਰ ਬਿਨ ਔਰ ਨਾ ਦੇਖਾਂ। ਤੁਧ ਬਿਨ ਦੂਜਾ ਨਾ ਹੀ ਕੋਈ, ਜੋ ਦੀਸੈ ਸੋ ਤੇਰਾ ਰੂਪ। ਯਾਨੀ ਜਿਹੜੇ ਵਾਸਤਵ ਦੇ ਅੰਦਰ ਸੱਚ ਵਿੱਚ ਸਮਾ ਜਾਂਦੇ ਨੇ ਨਾ ਦਿਲੋਂ, ਉਹਨਾਂ ਨੂੰ ਫਿਰ ਇਹ ਸੰਸਾਰ ਹੀ ਰੱਬ ਦਾ ਰੂਪ ਦਿਸਦਾ ਹੈ। ਫਿਰ ਉਹ ਹਰ ਇੱਕ ਦੇ ਨਾਲ ਰੱਬ ਵਰਗਾ ਪਿਆਰ ਵਿਹਾਰ ਕਰਦੇ ਨੇ। ਸਤਿਗੁਰ ਸੱਚ ਪ੍ਰਭ ਨਿਰਮਲਾ, ਸ਼ਬਦ ਮਿਲਾਵਾ ਹੋਏ। ਐਸੀ ਸੋਚ ਕਿਵੇਂ ਬਣੇਗੀ? ਸ਼ਬਦ ਦੇ ਰਾਹੀਂ। ਸ਼ਬਦ ਦਾ ਮਤਲਬ ਗੁਰੂ ਦਾ ਗਿਆਨ। ਗੁਰੂ ਦੇ ਸ਼ਬਦ ਵਿੱਚ ਜੁੜਿਆ, ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਵਿਆਂ ਮਿਲਾਪ ਹੋ ਜਾਂਦਾ ਹੈ। ਉਸ ਪ੍ਰਭੂ ਦੇ ਨਾਲ ਮਿਲਾਪ ਗੁਰੂ ਦੇ ਸ਼ਬਦ ਵਿੱਚ ਜੁੜਿਆ ਹੋ ਸਕਦਾ ਹੈ, ਜੋ ਪਵਿੱਤਰ ਸਰੂਪ ਹੈ ਔਰ ਜੋ ਫਿਰ ਪ੍ਰਭੂ ਦਾ ਹੀ ਰੂਪ ਹੈ, ਕਿਉਂਕਿ ਗੁਰੂ ਤੇ ਪ੍ਰਭੂ ਇੱਕੋ ਹੀ ਨੇ। ਤਾਂ ਐਸੇ ਨਿਰਮਲ ਸੋਚ ਵਾਲੇ ਮਹਾਨ ਗੁਰੂ ਦੇ ਸ਼ਬਦ ਉਪਦੇਸ਼ ਵਿੱਚ ਜੁੜਿਆ ਮਿਲਾਪ ਹੋ ਸਕਦਾ ਹੈ। ਯਾਨੀ ਰੱਬੀ ਮਿਲਾਪ ਦਾ ਇੱਕੋ ਹੀ ਸਾਧਨ ਹੈ, ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣੀ। ਸ਼ਬਦ ਮਿਲੇ ਸੋ ਮਿਲ ਰਹੇ, ਜਿਸਨੂੰ ਆਪੇ ਲੈ ਮਿਲਾਏ। ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜਦਾ ਹੈ, ਸ਼ਬਦ ਵਿੱਚ ਮਿਲਦਾ ਹੈ, ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੇ ਅੰਦਰ ਜੁੜਦਾ ਹੈ, ਗੁਰੂ ਦੇ ਸ਼ਬਦ ਦੇ ਅੰਦਰ ਜੋ ਜੁੜਦਾ ਹੈ, ਸੋ ਮਿਲ ਰਹੇ, ਉਹ ਫਿਰ ਪ੍ਰਭੂ ਚਰਨਾਂ ਦੇ ਅੰਦਰ ਹਮੇਸ਼ਾ ਹੀ ਮਿਲਿਆ ਰਹਿੰਦਾ ਹੈ, ਹਮੇਸ਼ਾ ਹੀ ਜੁੜਿਆ ਰਹਿੰਦਾ ਹੈ। ਉਹ ਫਿਰ ਵਿਛੁੜਦਾ ਨਹੀਂ ਹੈ। ਜਿਸ ਨੂੰ ਆਪੇ ਲੈ ਮਿਲਾਏ, ਤੇ ਮਿਲਦਾ ਉਹ ਹੈ ਜਿਸ ਨੂੰ ਪ੍ਰਭੂ ਆਪ ਮਿਲਾਉਂਦਾ ਹੈ। ਯਾਨੀ ਜੋ ਪ੍ਰਭੂ ਦੀ ਰਹਿਮਤ ਬਖਸ਼ਿਸ਼ ਦਾ ਪਾਤਰ ਬਣ ਜਾਂਦਾ ਹੈ, ਉਹ ਗੁਰੂ ਦੇ ਸ਼ਬਦ ਵਿੱਚ ਮਿਲਦਾ ਹੈ। ਤੇ ਜੋ ਗੁਰੂ ਉਪਦੇਸ਼ ਮੁਤਾਬਕ ਜ਼ਿੰਦਗੀ ਜੀਂਦਾ ਹੈ, ਉਹ ਫਿਰ ਪ੍ਰਭੂ ਦੇ ਅੰਦਰ ਸਦਾ ਸਦਾ ਵਾਸਤੇ ਮਿਲ ਜਾਂਦਾ ਹੈ। ਦੂਜੇ ਭਾਏ ਕੋ ਨਾ ਮਿਲੇ, ਫਿਰ ਆਵੇ ਜਾਏ। ਭਾਏ ਦਾ ਮਤਲਬ ਪਿਆਰ। ਦੂਜੇ ਭਾਏ ਦਾ ਮਤਲਬ ਜਿਸ ਦਾ ਦੂਜੇ ਨਾਲ ਪਿਆਰ ਹੈ, ਰੱਬ ਨੂੰ ਛੱਡ ਕੇ, ਸੱਚ ਨੂੰ ਛੱਡ ਕੇ ਜਿਹਦਾ ਝੂਠ ਨਾਲ ਪਿਆਰ ਹੈ। ਨਿਰਵੈਰਤਾ ਨੂੰ ਛੱਡ ਕੇ ਜਿਹਦੇ ਅੰਦਰ ਵੈਰ ਭਾਵ ਈਰਸ਼ਾ ਦਵੇਸ਼ ਟਿਕੀ ਹੋਈ ਹੈ। ਨਿਮਰਤਾ ਨੂੰ ਛੱਡ ਕੇ ਜਿਹਦਾ ਹੰਕਾਰ ਨਾਲ ਪਿਆਰ ਹੈ। ਜਿਹਦੇ ਅੰਦਰ ਮੇਰ ਤੇਰ ਦੇ ਵਿਤਕਰੇ ਨੇ, ਆਪਣੇ ਪਰਾਏ ਦੇ ਵਿਤਕਰੇ ਨੇ, ਜਿਨ੍ਹਾਂ ਦੇ ਅੰਦਰ ਐਸਾ ਪ੍ਰੇਮ ਹੈ ਨਾ, ਇੱਕ ਸੱਚ ਨੂੰ ਛੱਡ ਕੇ ਉਹ ਕੋਈ ਨਹੀਂ ਮਿਲ ਸਕਦਾ। ਦੂਜੇ ਭਾਏ ਕੋ ਨਾ ਮਿਲੇ। ਪ੍ਰਭੂ ਨੂੰ ਵਿਸਾਰ ਕੇ ਮਾਇਆ ਆਦਿਕ ਦੇ ਪਿਆਰ ਵਿੱਚ ਰਿਹਾ ਕੋਈ ਮਨੁੱਖ ਪ੍ਰਭੂ ਨੂੰ ਨਹੀਂ ਮਿਲਦਾ। ਫਿਰ ਆਵੇ ਜਾਏ। ਫਿਰ ਆਵੇ ਜਾਏ ਦਾ ਮਤਲਬ ਮੁੜ ਕੇ ਭਟਕਦਾ ਹੈ। ਆਉਣ ਜਾਣ ਦਾ ਮਤਲਬ ਭਟਕਣਾ। ਉਹਦਾ ਮਨ ਮੁੜ ਕੇ ਆਉਂਦਾ ਜਾਂਦਾ ਹੈ, ਭਾਵ ਭਟਕਦਾ ਹੈ। ਮਨ ਇੱਕ ਥਾਂ ਤੇ ਟਿਕਦਾ ਨਹੀਂ ਹੈ। ਉਹ ਜੀਵਨ ਦੇ ਅਸਲ ਮਾਰਗ ਤੋਂ ਭਟਕਿਆ ਰਹਿੰਦਾ ਹੈ। ਉਹਦੀ ਜ਼ਿੰਦਗੀ ਏਮਲੈਸ ਜ਼ਿੰਦਗੀ ਹੁੰਦੀ ਹੈ। ਸਭ ਮਹਿ ਇੱਕ ਵਰਤਦਾ, ਏਕੋ ਰਹਾ ਸਮਾਏ। ਸਭ ਮੈਂ ਇੱਕ ਵਰਤਦਾ, ਭਾਵੇਂ ਸਭ ਜੀਵਾਂ ਦੇ ਅੰਦਰ ਇੱਕ ਪ੍ਰਭੂ ਵਸ ਰਿਹਾ ਹੈ। ਏਕੋ ਰਹਾ ਸਮਾਏ, ਇੱਕ ਹੀ ਸਭ ਥਾਵਾਂ ਦੇ ਉੱਤੇ ਸਮਾਇਆ ਹੋਇਆ ਹੈ। ਸਾਰਿਆਂ ਦੇ ਵਿੱਚ ਇੱਕ ਹੀ ਵਰਤ ਰਿਹਾ ਹੈ, ਇੱਕ ਹੀ ਸਾਰੇ ਥਾਵਾਂ ਤੇ ਸਮਾਇਆ ਹੋਇਆ ਹੈ। ਇਹਦੇ ਤੋਂ ਅਸੀਂ ਇਨਕਾਰੀ ਨਹੀਂ ਹੋ ਸਕਦੇ ਕਿ ਇਹ ਸਾਰੇ ਦਾ ਸਾਰਾ ਜਗਤ ਇੱਕ ਹੈ, ਇੱਕੋ ਹੀ ਪਸਰਿਆ ਹੋਇਆ ਹੈ, ਇੱਕ ਹੀ ਸਮਾਇਆ ਹੋਇਆ ਹੈ। ਮੈਂ ਵੀ ਉਸੇ ਸਿਸਟਮ ਵਿੱਚ ਜੀ ਰਿਹਾ, ਤੁਸੀਂ ਵੀ। ਉਹੀ ਆਕਸੀਜਨ ਨਾਲ ਸਾਰੇ ਜੀਵ ਜਿੰਦਾ ਨੇ। ਅਸੀਂ ਕੁਝ ਖਾ ਕੇ ਭੁੱਖ ਮਿਟਾਉਂਦੇ ਹਾਂ, ਪੀ ਕੇ ਅਸੀਂ ਪਾਣੀ ਆਦਿ ਪਿਆਸ ਬੁਝਾਉਂਦੇ ਹਾਂ। ਇੱਕ ਸੂਰਜ ਤੋਂ ਸਾਨੂੰ ਚਾਨਣਾ ਮਿਲ ਰਿਹਾ ਹੈ, ਚੰਦਰਮਾ ਸਾਨੂੰ ਚਾਨਣਾ ਦੇ ਰਿਹਾ ਹੈ। ਇੱਕੋ ਧਰਤੀ ਦੇ ਉੱਤੇ ਰਹਿ ਰਹੇ ਹਾਂ, ਇੱਕੋ ਤਰ੍ਹਾਂ ਅਸੀਂ ਪੈਦਾ ਹੋਏ ਹਾਂ। ਇੱਕ ਹੀ ਤੇ ਸਿਸਟਮ ਹੈ ਸਾਰਾ, ਔਰ ਸਾਰਿਆਂ ਦੇ ਅੰਦਰ ਇੱਕ ਵਰਤਦਿਆ ਹੈ, ਇੱਕੋ ਹੀ ਸਮਾਇਆ ਹੋਇਆ ਹੈ। ਲੇਕਿਨ ਫਿਰ ਵੀ ਸਾਨੂੰ ਇੱਕ ਦੂਜੇ ਦੇ ਅੰਦਰ ਇੱਕ ਕਿਉਂ ਨਹੀਂ ਦਿਸਦਾ? ਅਸੀਂ ਇੱਕ ਦੂਜੇ ਨਾਲ ਇੱਕ ਵਰਗਾ ਪਿਆਰ ਕਿਉਂ ਨਹੀਂ ਕਰਦੇ? ਅਸੀਂ ਨਿੱਕੀ ਨਿੱਕੀ ਗੱਲ ਤੋਂ ਹੰਕਾਰੀ ਹੋ ਕੇ ਕਿਉਂ ਇੱਕ ਦੂਜੇ ਨਾਲ ਲਗੜਨਾ ਝਗੜਨਾ ਸ਼ੁਰੂ ਕਰ ਦਿੰਦੇ ਹਾਂ? ਚੋਰੀਆਂ ਬਜ਼ਾਰੀਆਂ 2 ਨੰਬਰ ਦੇ ਧੰਦੇ ਇਸ ਦੁਨੀਆ ਵਿੱਚ ਫਿਰ ਕਿਉਂ ਨੇ? ਗੁਰੂ ਜੀ ਕਹਿੰਦੇ ਨੇ ਬਿਨਾਂ ਸ਼ੱਕ ਤੋਂ ਇੱਕ ਹੀ ਸਵਰਿਆਂ ਦੇ ਵਿੱਚ ਵਰਤ ਰਿਹਾ ਹੈ, ਇੱਕ ਹੀ ਸਮਾਇਆ ਹੋਇਆ ਹੈ।
ਪਰ ਜਿਸਨੂੰ ਆਪ ਦਇਆਲ ਹੋਏ, ਸੋ ਗੁਰਮੁਖ ਨਾਮ ਸਮਾਏ। ਨਾਮ ਦਾ ਮਤਲਬ ਨਾਮ ਵਿੱਚ, ਰੱਬ ਵਿੱਚ, ਸੱਚ ਵਿੱਚ, ਰੱਬੀ ਗੁਣਾ ਵਿੱਚ। ਜਿਹਦੇ ਤੇ ਪ੍ਰਭੂ ਦਇਆਵਾਨ ਹੁੰਦਾ ਹੈ, ਉਹ ਗੁਰੂ ਦੇ ਰਾਹੀਂ ਸੱਚ ਦੇ ਅੰਦਰ ਸਮਾ ਜਾਂਦਾ ਹੈ, ਰੱਬ ਦੇ ਅੰਦਰ ਸਮਾ ਜਾਂਦਾ ਹੈ, ਗੁਰੂ ਦੇ ਰਾਹੀਂ। ਹੁਣ ਸਾਨੂੰ ਇੱਕ ਦੂਜੇ ਵਿੱਚ ਜੇ ਰੱਬ ਮਹਿਸੂਸ ਨਹੀਂ ਨਾ ਹੋ ਰਿਹਾ, ਬੇਸ਼ੱਕ ਇੱਕ ਸਮਾਇਆ ਹੋਇਆ ਹੈ, ਮੇਰੇ ਵਿੱਚ ਵੀ, ਤੁਹਾਡੇ ਵਿੱਚ ਵੀ, ਹੋਰ ਸਾਰਿਆਂ ਵਿੱਚ ਵੀ, ਜੇ ਸਾਨੂੰ ਨਹੀਂ ਸਮਝ ਆ ਰਹੀ ਤਾਂ ਉਹਦਾ ਇੱਕੋ ਹੀ ਰੀਜ਼ਨ ਹੈ ਕਿ ਇਹ ਸਾਡਾ ਵਿਸ਼ਵਾਸ ਗੁਰਬਾਣੀ ਤੇ ਨਹੀਂ ਹੈ। ਅਸੀਂ ਗੁਰਬਾਣੀ ਨੂੰ ਇੰਪਲੀਮੈਂਟ ਨਹੀਂ ਕਰ ਰਹੇ, ਤਾਂ ਨਹੀਂ ਦਿਸ ਰਿਹਾ। ਅਸੀਂ ਕਿਸੇ ਬਾਬੇ ਦੀ ਗੱਲ ਮੰਨ ਰਹੇ ਹਾਂ ਵੀ ਰੱਬ ਉੱਤੇ ਬੈਠਾ ਹੈ, ਅਸੀਂ ਕਿਸੇ ਬੰਦੇ ਦੀ ਗੱਲ ਮੰਨ ਰਹੇ ਹਾਂ ਕਿ ਐਵੇਂ ਨਹੀਂ ਐਵੇਂ ਹੋ ਜਾਂਦਾ। ਅਸੀਂ ਗੁਰੂ ਦੀ ਗੱਲ ਨਹੀਂ ਮੰਨ ਰਹੇ ਕਿ ਸਾਰਿਆਂ ਦੇ ਵਿੱਚ ਇੱਕ ਸਮਾਇਆ ਹੋਇਆ ਹੈ। ਗੁਰੂ ਜੀ ਸਾਨੂੰ ਰੋਜ਼ ਕਹਿੰਦੇ ਨੇ ਤੁਹਾਡੇ ਸਾਰਿਆਂ ਦੇ ਅੰਦਰ ਰੱਬੀ ਗੁਣ ਮੌਜੂਦ ਨੇ, ਉਹਨਾਂ ਨੂੰ ਯੂਜ਼ ਕਰੋ। ਮਨ ਤੂੰ ਜੋਤ ਸਰੂਪ ਹੈ, ਆਪਣੇ ਮੂਲ ਨੂੰ ਪਛਾਣ। ਪਰ ਇਹਨਾਂ ਬਚਨਾਂ ਤੇ ਅਮਲ ਨਹੀਂ ਨਾ ਕਰ ਰਹੇ। ਜਿਹੜੇ ਲੋਕ ਇਹਨਾਂ ਬਚਨਾਂ ਤੇ ਅਮਲ ਕਰਦੇ ਨੇ, ਉਹ ਰੱਬ ਦੇ ਅੰਦਰ ਸਮਾ ਕੇ ਰੱਬ ਦਾ ਰੂਪ ਹੋ ਜਾਂਦੇ। ਆਮ ਜਨਤਾ ਕੀ ਕਰ ਰਹੀ ਹੈ? ਬਹੁ ਗਿਣਤੀ ਪੜ ਪੜ ਪੰਡਿਤ ਜੋਤ ਕੀ ਵਾਦ ਕਰਹਿ ਵਿਚਾਰ। ਇਹਨੂੰ ਪੜ ਪੋਲਾ ਨਹੀਂ ਬੋਲਣਾ, ਰਾੜੇ ਥੱਲੇ ਅੱਧਾ ਹਾ ਪੜ। ਜੋਤਕੀ ਦਾ ਮਤਲਬ ਜੋਤਸ਼ੀ, ਵਾਦ ਦਾ ਮਤਲਬ ਝਗੜੇ ਬਹਿਸਾਂ, ਵਾਦ ਵਿਚਾਰ ਦਾ ਮਤਲਬ ਬਹਿਸਾਂ ਦੀ ਵਿਚਾਰ। ਪੰਡਿਤ, ਵਿਦਵਾਨ, ਜੋਤਸ਼ੀ ਲੋਕ ਸ਼ਾਸਤਰ ਪੜ ਪੜ ਕੇ ਬਹਿਸਾਂ ਦੀ ਵਿਚਾਰ ਕਰਦੇ ਨੇ, ਇੱਕ ਦੂਜੇ ਦੇ ਨਾਲ ਬਹਿਸਦੇ ਨੇ, ਵਾਦ ਵਿਵਾਦ ਕਰਦੇ ਨੇ, ਪੜ੍ਹਦੇ ਨੇ ਜੋਤਿਸ਼ ਆਦਿਕ ਨੂੰ, ਵੇਦ ਸ਼ਾਸਤਰਾਂ ਨੂੰ, ਤੇ ਇੱਕ ਦੂਜੇ ਦੇ ਨਾਲ ਬਹਿਸਾਂ ਕਰਦੇ ਨੇ। ਮਤ ਬੁੱਧ ਭਵੀ ਨਾ ਬੁੱਝਈ, ਅੰਤਰ ਲੋਭ ਵਿਕਾਰ। ਭਵੀ ਦਾ ਮਤਲਬ ਭੌਂ ਜਾਂਦੀ ਹੈ, ਕੁਰਾਏ ਪੈ ਜਾਂਦੀ ਹੈ। ਅਸੀਂ ਕਹਿੰਦੇ ਫਲਾਣੇ ਬੰਦੇ ਦਾ ਤੇ ਦਿਮਾਗ ਭੌਂ ਗਿਆ। ਭੌਂ ਜਾਣ ਦਾ ਮਤਲਬ ਬਦਲ ਜਾਣਾ, ਉਲਟੇ ਪਾਸੇ ਜਾਣਾ। ਮਤ ਬੁੱਧ ਭਵੀ, ਉਹਨਾਂ ਦੀ ਮਤ, ਉਹਨਾਂ ਦੀ ਅਕਲ ਕੁਰਾਏ ਪਈ ਹੋਈ ਹੈ। ਨਾ ਬੁੱਝਈ, ਜੀਵਨ ਦੇ ਸਹੀ ਰਾਸਤੇ ਨੂੰ ਨਹੀਂ ਸਮਝਦੇ। ਤੇ ਮਤ ਪੁੱਠੇ ਪਾਸੇ ਹੋਣ ਕਰਕੇ, ਜੀਵਨ ਦੇ ਸਹੀ ਰਾਸਤੇ ਨੂੰ ਨਾ ਸਮਝਣ ਕਰਕੇ ਅੰਦਰ ਲੋਭ ਦਾ ਵਿਕਾਰ ਟਿਕਿਆ ਰਹਿੰਦਾ ਹੈ। ਅੰਤਰ ਲੋਭ ਵਿਕਾਰ, ਲੋਭ ਦਾ ਵਿਕਾਰ, ਅੰਦਰ ਲੋਭ ਟਿਕਿਆ ਰਹਿੰਦਾ ਹੈ, ਮਤ ਪੁੱਠੇ ਪਾਸੇ ਹੈ। ਔਰ ਬਹੁ ਗਿਣਤੀ ਦਾ ਹਾਲ ਤਾਂ ਇਹੋ ਹੀ ਹੈ। ਦੇਖੋ ਕਿਤਨੇ ਲੋਕ ਨੇ ਜੋ ਆਪੋ ਆਪਣੇ ਧਰਮ ਦੇ ਧਰਮ ਗ੍ਰੰਥਾਂ ਨੂੰ ਪੜ੍ਹ ਰਹੇ ਨੇ, ਪੜ੍ਹਨਾ ਚਾਹੀਦਾ ਹੈ। ਤੇ ਇਹ ਗੱਲ ਤੇ ਗਾਰੰਟੀ ਨਾਲ ਕਹੀ ਜਾ ਸਕਦੀ ਹੈ ਨਾ, ਕੋਈ ਵੀ ਧਰਮ ਇਹ ਨਹੀਂ ਕਹਿੰਦਾ ਵੀ ਝੂਠ ਬੋਲੋ, ਹਰ ਧਰਮ ਇਹੀ ਕਹਿੰਦਾ ਹੈ ਸੱਚ ਬੋਲੋ। ਕਿਹੜਾ ਧਰਮ ਹੈ ਜਿਹੜਾ ਕਹਿੰਦਾ ਰਿਸ਼ਵਤ ਲਓ? ਕੋਈ ਨਹੀਂ ਕਹਿੰਦਾ। ਕਿਹੜਾ ਧਰਮ ਹੈ ਜਿਹੜਾ ਕਹਿੰਦਾ ਕਤਲ ਕਰੋ, ਠੱਗੀਆਂ ਮਾਰੋ, 2 ਨੰਬਰ ਦੇ ਧੰਦੇ ਕਰੋ? ਕੋਈ ਧਰਮ ਨਹੀਂ ਕਹਿੰਦਾ। ਲੇਕਿਨ ਲੋਕ ਧਰਮ ਪੁਸਤਕਾਂ ਨੂੰ ਪੜ੍ਹ ਰਹੇ ਨੇ ਤੇ ਇਹ ਕੰਮ ਵੀ, ਕਿਉਂਕਿ ਮੱਤ ਤੇ ਪੁੱਠੇ ਪਾਸੇ ਪਈ ਹੋਈ ਹੈ, ਮੱਤ ਤੇ ਕਰਮ ਕਾਂਡਾਂ ਵਿੱਚ ਫਸੀ ਹੈ। ਵੀ ਵਰਤ ਰੱਖ ਲਓ, ਨਰਾਤੇ ਕਰ ਲਓ, ਸਰਾਧ ਕਰ ਲਓ, ਤੀਰਥਾਂ ਤੇ ਨਹਾ ਲਓ, ਚੋਰੀਆਂ ਠੱਗੀਆਂ ਮਾਰ ਕੇ ਥੋੜਾ ਪੁੰਨ ਦਾਨ ਕਰ ਦਿਓ, ਆਪਣੇ ਕਿਸੇ ਵੱਡੇ ਭਰਾ ਦੀ ਪੈਲੀ 10 ਕਿੱਲੇ ਦੱਬ ਲਓ ਤੇ ਗੁਰਦੁਆਰੇ 4 ਪੱਖੇ ਲਵਾ ਦਿਓ, ਤੁਸੀਂ ਧਰਮੀ ਹੋ ਜਾਓਗੇ। ਐਵੇਂ ਧਰਮੀ ਥੋੜਾ ਹੋ ਜਾਓਗੇ। ਇਹੀ ਕਰ ਰਹੇ ਨਾ ਲੋਕ। ਮਤ ਬੁੱਧ ਭਵੀ ਨਾ ਬੁੱਝਈ, ਅੰਤਰ ਲੋਭ ਵਿਕਾਰ। ਤਾਂ ਪੰਡਿਤ ਲੋਕ, ਜੋਤਸ਼ੀ ਲੋਕ, ਜੋਤਿਸ਼ ਆਦਿਕ ਨੂੰ ਪੜ ਪੜ ਕੇ ਵਾਦ ਕਰਦੇ ਨੇ, ਔਰ ਮਤ ਬੁੱਧ ਜਿਹੜੀ ਹੈ ਲੋਕਾਂ ਦੀ ਪੁੱਠੇ ਪਾਸੇ ਪਈ ਹੋਈ ਹੈ, ਅੰਦਰ ਲੋਭ ਦਾ ਵਿਕਾਰ ਟਿਕਿਆ ਹੋਇਆ। ਹਕੀਕਤ ਹੈ ਇਹ, ਜਿੰਨੇ ਵੀ ਸਾਨੂੰ, ਚਾਹੇ ਉਹ ਖੋਤੀ ਜੋਤਸ਼ੀ ਨੇ ਜਾਂ ਖੋਤੀ ਬਾਬੇ ਨੇ ਜਾਂ ਮੰਤਰਾਂ ਜੰਤਰਾਂ ਵਾਲੇ, ਭੂਤਾਂ ਪ੍ਰੇਤਾਂ ਵਾਲੇ, ਮਿਸਗਾਈਡ ਤਾਂ ਕਰ ਰਹੇ ਨੇ। ਦੇਖੋ ਪਾਈਆ ਮਾਂ ਦੀ ਦਾਲ ਨਹਿਰ ਵਿੱਚ ਰੋੜਨ ਦੇ ਨਾਲ ਬ੍ਰਹਸਪਤ ਗ੍ਰਹਿ ਨੇ ਤੇ ਅੱਗੇ ਪਿੱਛੇ ਨਹੀਂ ਹੋਣਾ। ਕੋਈ 4 ਪਲੀਆਂ ਤੇਲ, ਕੋਈ ਪਾਈਆ ਤੇਲ ਕਿਸੇ ਬ੍ਰਾਹਮਣ ਨੂੰ ਦੇ ਕੇ ਜਾਂ ਸ਼ਨੀ ਦੇਵਤੇ ਤੇ ਪਾ ਕੇ, ਸ਼ਨੀ ਗ੍ਰਹਿ ਨੇ ਤੇ ਅੱਗੇ ਪਿੱਛੇ ਨਹੀਂ ਨਾ ਹਿਲ ਜਾਣਾ। ਕਾਲੇ ਛੋਲਿਆਂ ਦਾ ਪ੍ਰਸ਼ਾਦ ਵਰਤਾਨ ਨਾਲ ਸ਼ਨੀ ਗ੍ਰਹਿ ਅੱਗੇ ਪਿੱਛੇ ਹਿਲ ਜਾਏਗਾ? ਬਿਲਕੁਲ ਵੀ ਨਹੀਂ। ਹੈ ਤੇ ਸੱਚਾਈ ਹੈ, ਪਰ ਮਿਸਗਾਈਡ ਕੀਤਾ ਜਾ ਰਿਹਾ ਨਾ। ਅੰਦਰ ਲੋਭ ਹੈ ਕਿ ਲੋਭ ਕਰਕੇ ਲੋਕਾਂ ਨੂੰ ਠੱਗ ਲਿਆ ਜਾਏ। 184 ਭਰਮ ਦੇ ਭਰਮ ਹੋਏ ਖੁਆਰ।
1,84 ਦਾ ਮਤਲਬ ਅਨੇਕਾਂ ਜੂਨਾਂ, ਜਿੰਨੀਆਂ ਵੀ ਇਸ ਦੁਨੀਆ ਵਿੱਚ ਨੇ। ਭਰਮਦੇ ਦਾ ਮਤਲਬ ਭਟਕ ਰਹੇ ਨੇ। ਭਰਮ ਹੋਏ ਖੁਆਰ ਦਾ ਮਤਲਬ ਇਹ ਜੀਵ ਜਿਹੜੇ ਨੇ, ਮਨੁੱਖ ਮਾਤਰ ਨੇ, ਉਹ ਭਟਕ ਕੇ ਖੁਆਰ ਹੋ ਰਹੇ ਨੇ। ਪਸ਼ੂ ਬਿਰਤੀਆਂ ਦੇ ਵਿੱਚ ਪਏ ਹੋਏ ਮਨੁੱਖ ਖੁਆਰ ਹੋ ਰਹੇ। ਚਾਹੀਦਾ ਤੇ ਇਹ ਸੀ ਕਿ ਅਸੀਂ ਬੰਦੇ ਹਾਂ, ਸਰੀਰ ਬੰਦਿਆਂ ਵਾਲਾ ਹੈ, ਤਾਂ ਸਾਡੇ ਕੰਮ ਬੰਦਿਆਂ ਵਾਲੇ ਹੋਣੇ ਚਾਹੀਦੇ ਸੀ। ਪਰ ਮਨੁੱਖ ਦੇ ਕੰਮ ਜਿਹੜੇ ਨੇ ਆਮ ਕਰਕੇ ਬੰਦਿਆਂ ਵਾਲੇ ਨਹੀਂ, ਤਾਂ ਫਿਰ ਪਸ਼ੂ ਦੁਨੀਆ ਵਿੱਚ ਹੀ ਭਟਕ ਰਿਹਾ ਹੈ ਨਾ। ਗੁਰੂ ਜੀ ਦਾ ਪਾਵਨ ਬਚਨ ਹੈ, ਗੁਰਮੰਤਰਹੀਨ ਸੇ ਜੋ ਪ੍ਰਾਣੀ ਤ੍ਰਿਗੰਤ ਜਨਮ ਪ੍ਰਸ਼ਟਣੈ, ਕੂਕਰੈ ਸੂਕਰੈ ਗਰਦ ਬੈ ਕਾਕੈ ਸਰਪਨੈ ਤੁਲ ਖਲੈ। ਪੂਰਬ ਲਿਖਿਆ ਕਮਾਵਣਾ ਕੋਈ ਨਾ ਮੇਟਣ ਹਾਰ। ਪੂਰਬ ਲਿਖਿਆ ਹੀ ਬੰਦਾ ਕਮਾਉਂਦਾ ਹੈ ਜੋ ਕੁਛ ਪੂਰਬ ਦੇ ਵਿੱਚ, ਪੂਰਬ ਦਾ ਮਤਲਬ ਪਾਸਟ ਦੇ ਅੰਦਰ, ਭੂਤਕਾਲ ਵਿੱਚ, ਬੀਤ ਗਏ ਸਮੇਂ ਅੰਦਰ ਜੋ ਅਸਾਂ ਲਿਖਿਆ ਹੈ ਆਪਣੇ ਅੰਦਰ, ਸਚਾਈ, ਝੂਠ, ਪ੍ਰੇਮ ਜਾਂ ਈਰਖਾ, ਦਵੇਸ਼, ਜੋ ਵੀ ਆਪਣੇ ਅੰਦਰ ਸੁਭਾਅ ਬਣਾ ਲਿਆ ਹੈ, ਜੋ ਸਾਡੇ ਅੰਦਰ ਨਿਊਰਨਲ ਪੈਟਰਨ ਬਣ ਗਏ ਨੇ, ਜੈਸੀ ਸਾਡੀ ਸੋਚ ਬਣ ਗਈ ਹੈ, ਉਹ ਸੋਚ ਮੁਤਾਬਕ ਹੀ ਬੰਦਾ ਕਮਾਈ ਕਰੇਗਾ। ਜੈਸਾ ਸੁਭਾਅ ਬਣਾ ਲੋਗੇ, ਵੈਸਾ ਹੀ ਕੰਮ ਕਰੋਗੇ, ਵੈਸਾ ਹੀ ਫਲ ਮਿਲੇਗਾ। ਇਹਨੂੰ ਕੋਈ ਮਿਟਾ ਹੀ ਨਹੀਂ ਸਕਦਾ। ਕੌਣ ਮਿਟਾਏ? ਹੁਣ ਜੇ ਸਾਡਾ ਸੁਭਾਅ ਬਣ ਗਿਆ ਚੰਗਾ ਜਾਂ ਮਾੜਾ, ਤਾਂ ਉਹ ਦੋਸ਼ ਕਿਹਦਾ ਹੈ? ਸਾਡਾ। ਸਿਸਟਮ ਦੇ ਵਿੱਚ ਜੈਸਾ ਅਸੀਂ ਬਣਾਵਾਂਗੇ ਬਣ ਜਾਣਾ ਹੈ। ਤੇ ਹੁਣ ਇਸ ਸੁਭਾਅ ਨੂੰ ਕੋਈ ਬਦਲ ਸਕਦਾ ਹੈ? ਮੰਤਰ ਮਾਰ ਕੇ ਬਦਲ ਸਕਦਾ। ਜੇ ਮੰਤਰ ਮਾਰਿਆਂ ਬਦਲ ਜਾ ਸਕਦਾ ਹੋਵੇ, ਕਰਾਮਾਤਾਂ ਨਾਲ ਬਦਲਿਆ ਜਾ ਸਕਦਾ ਹੋਵੇ, ਤਾਂ ਫਿਰ ਤਾਂ ਬੜੇ ਬਾਬੇ ਨੇ। ਫਿਰ ਤਾਂ ਇਹਨਾਂ ਨੂੰ ਆਖੋ ਥੋੜਾ ਜਿਹਾ ਮੰਤਰ ਮਾਰੋ ਤੇ ਸਾਰੀ ਦੁਨੀਆ ਨੂੰ ਇਮਾਨਦਾਰ ਬਣਾ ਦਿਓ, ਤੁਹਾਡੇ ਕੋਲ ਤੇ ਤਾਕਤ ਹੈ। ਪਰ ਐਵੇਂ ਹੁੰਦਾ ਨਹੀਂ ਨਾ। ਜੇ ਕੋਈ ਜੋਤਸ਼ੀ ਜਾਂ ਕੋਈ ਬਾਬਾ ਜਾਂ ਕੋਈ ਜੰਤਰ ਮੰਤਰ ਵਾਲਾ ਮੰਤਰ ਮਾਰੇ ਕਿ ਮੇਰੇ ਅੰਦਰ ਗੁੱਸਾ ਬਹੁਤ ਤੇ ਮੇਰਾ ਗੁੱਸਾ ਦੂਰ ਹੋ ਜਾਏ, ਤੇ ਮੰਤਰ ਨਾਲ ਗੁੱਸਾ ਦੂਰ ਹੋ ਜਾਏਗਾ? ਟਰਾਈ ਕਰਨੀ ਪੈਗੀ ਨਾ, ਕਿਉਂਕਿ ਮੈਂ ਲਿਖ ਬੈਠਾ ਵਾਂ, ਕੋਈ ਨਾ ਮੇਟਣਹਾਰ, ਕੋਈ ਨਹੀਂ ਮਿਟਾ ਸਕਦਾ। ਹਾਂ, ਰੱਬੀ ਰਜ਼ਾ ਦੇ ਅੰਦਰ ਚੱਲ ਕੇ, ਸਿਸਟਮ ਨੂੰ ਸਮਝ ਕੇ ਇਹਨਾਂ ਚੀਜ਼ਾਂ ਨੂੰ ਬਦਲਿਆ ਜਾ ਸਕਦਾ ਹੈ, ਹੁਕਮ ਤੋਂ ਬਾਹਰ ਨਹੀਂ। ਜੇ ਐਵੇਂ ਕੋਈ ਚਾਹੇ ਤਾਂ ਫਿਰ ਕਦੇ ਵੀ ਨਹੀਂ ਹੋ ਸਕਦਾ। ਉਹ ਇੱਕ ਚੁਟਕਲਾ ਹੈ ਨਾ, ਆਮ ਬਣਾਇਆ ਹੈ ਚੁਟਕਲਾ, ਪਰ ਉਹਦੇ ਚ ਇੱਕ ਨਾ ਸਚਾਈ ਪ੍ਰਗਟ ਹੁੰਦੀ ਹੈ। ਉਹ ਕਹਿੰਦੇ ਨੇ ਕਿਸੇ ਨੇ ਅਲਾਦੀਨ ਦਾ ਚਿਰਾਗ ਰਗੜਿਆ ਤੇ ਉਹਦੇ ਵਿੱਚੋਂ ਜਿੰਨ ਨਿਕਲਿਆ। ਚੁਟਕਲਾ ਹੈ ਇਹ, ਇਹਨੂੰ ਸੱਚ ਨਾ ਸਮਝਣਾ। ਤੇ ਉਹ ਜਿੰਨ ਨਿਕਲ ਕੇ ਕਹਿੰਦਾ, ਬਤਾ ਮੇਰੇ ਆਕਾ ਕਿਆ ਹੁਕਮ ਹੈ। ਕਹਿੰਦਾ, ਜਿੰਨ ਜੀ ਇੰਜ ਕਰੋ ਕਿ ਦਿੱਲੀ ਤੋਂ ਲੈ ਕੇ ਤੇ ਅਮਰੀਕਾ ਤੱਕ ਜਿਹੜੀ ਹੈ ਨਾ, ਇੰਡੀਆ ਤੋਂ ਸੜਕ ਬਣਾ ਦਿਓ, ਔਰ ਸੜਕ ਜਿਹੜੀ ਨਾ ਕਦੇ ਟੁੱਟੇ ਨਾ। ਤੇ ਆਉਣ ਜਾਣ ਦਾ ਫਰਕ ਹੈ ਵੀ ਜਿਵੇਂ ਕੰਧਾਂ ਟੱਪਦੇ ਫਿਰਦੇ ਨੇ ਲੋਕ, ਤੇ ਲੋਕ ਸਿੱਧੇ ਨਿਕਲ ਜਾਣ ਕਰਨਗੇ ਸੜਕ। ਜਿੰਨ ਕਹਿੰਦਾ ਵੀ ਇਹ ਤੇ ਨਹੀਂ ਬਣ ਸਕਦੀ। ਪ੍ਰੋਬਲਮ ਨਹੀਂ, ਪਰ ਵੀਜ਼ੇ ਲੈਣੇ ਪੈਣੇ ਨੇ, ਕਈ ਦੇਸ਼ਾਂ ਤੋਂ ਮਨਜ਼ੂਰੀਆਂ ਲੈਣੀਆਂ ਪੈਣੀਆਂ ਨੇ, ਇਸ ਕਰਕੇ ਤਾਂ ਪ੍ਰੋਬਲਮ ਹੈ। ਹੋਰ ਕੋਈ ਸੇਵਾ ਦੱਸ। ਕਹਿੰਦਾ, ਫਿਰ ਜਿੰਨ ਜੀ ਐਵੇਂ ਕਰੋ ਕਿ ਮੇਰੀ ਘਰਵਾਲੀ ਨੂੰ ਮੇਰੀ ਆਗਿਆਕਾਰੀ ਬਣਾ ਦਿਓ, ਜੋ ਮੈਂ ਕਵਾਂ ਉਹ ਮੰਨੇ। ਤੇ ਜਿੰਨ ਹੱਥ ਜੋੜ ਕੇ ਆਂਦਾ ਵੀ ਸਿੰਗਲ ਸੜਕ ਬਣਾਵਾਂ ਕਿ ਡਬਲ ਬਣਾਵਾਂ? ਸੜਕ ਸਿੰਗਲ ਬਣਾ ਕੇ ਡਬਲ। ਯਾਨੀ ਸਿਸਟਮ ਤੋਂ ਉਲਟ ਕੁਛ ਨਹੀਂ ਨਾ ਹੋ ਸਕਦਾ। ਜੇ ਕੋਈ ਅਲਾਦੀਨ ਦੇ ਚਿਰਾਗ ਵਿੱਚੋਂ ਨਿਕਲਿਆ ਜਿੰਨ ਸਾਡੇ ਗੁੱਸੇ ਨੂੰ ਬਦਲ ਸਕਦਾ ਹੋਵੇ, ਐਸਾ ਨਹੀਂ ਹੁੰਦਾ। ਪੂਰਬ ਲਿਖਿਆ ਕਮਾਵਣਾ, ਜੋ ਤੁਸੀਂ ਆਪਣੇ ਅੰਦਰ ਸੰਸਕਾਰ ਪੈਦਾ ਕੀਤੇ ਨੇ, ਜੋ ਤੁਸੀਂ ਆਪਣਾ ਸੁਭਾਅ ਬਣਾ ਚੁੱਕੇ ਹੋ, ਉਹਦੇ ਮੁਤਾਬਕ ਹੀ ਤੁਸੀਂ ਜ਼ਿੰਦਗੀ ਜੀਵੋਗੇ, ਉਹਦੇ ਮੁਤਾਬਕ ਹੀ ਤੁਹਾਨੂੰ ਫਲ ਮਿਲੇਗਾ। ਇਹਨੂੰ ਕੋਈ ਨਹੀਂ ਮਿਟਾ ਸਕਦਾ। ਤਾਂ ਇਹਦਾ ਮਤਲਬ ਰੱਬੀ ਰਜ਼ਾ ਦੇ ਅੰਦਰ ਚੱਲ ਕੇ ਤੁਸੀਂ ਉਸ ਨੂੰ ਬਦਲ ਸਕਦੇ ਹੋ, ਹੋਰ ਕੋਈ ਤਰੀਕਾ ਨਹੀਂ ਹੈ। ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੈ ਆਪ ਗਵਾਏ। ਹੁਣ ਉਹਦਾ ਸੋਲੂਸ਼ਨ ਦੱਸ ਰਹੇ ਨੇ ਕਿ ਜੇ ਸਤਿਗੁਰ ਦੀ ਸੇਵਾ ਕੀਤੀ ਜਾਏ ਨਾ, ਗੁਰੂ ਦੇ ਦੱਸੇ ਰਾਹ ਤੇ ਤੁਰਿਆ ਜਾਏ, ਤਾਂ ਫਿਰ ਤੁਸੀਂ ਇਹਨਾਂ ਚੀਜ਼ਾਂ ਨੂੰ ਚੇਂਜ ਕਰ ਸਕਦੇ ਹੋ। ਔਰ ਸਾਡੇ ਸਾਹਮਣੇ ਹੈ ਸ਼ੇਖ ਸੱਜਣ ਵਰਗਾ ਬੰਦਾ, ਕਾਤਲ, ਗੁਰੂ ਦੇ ਦੱਸੇ ਰਾਹ ਤੇ ਤੁਰਿਆ, ਉਹਨੂੰ ਸਮਝ ਆਈ, ਗੱਲ ਬਦਲ ਗਿਆ। ਭੂਮੀਆਂ ਚੋਰ ਬਦਲ ਗਿਆ, ਕੌਡਾ ਭੀਲ ਬਦਲ ਗਿਆ, ਬਾਬਰ ਵਰਗਿਆਂ ਨੂੰ ਸਮਝ ਆ ਗਈ। ਤੋ ਕਹਿਣ ਤੋਂ ਭਾਵ ਕਿ ਗੁਰੂ ਦੀ ਜੋ ਸੇਵਾ ਹੈ ਨਾ, ਇਹ ਸਾਡੇ ਜੀਵਨ ਨੂੰ ਸੁਖਾਲਾ ਬਣਾ ਸਕਦੀ ਹੈ। ਪਰ ਸਤਿਗੁਰ ਕੀ ਸੇਵਾ ਗਾਖੜੀ, ਗਾਖੜੀ ਦਾ ਮਤਲਬ ਔਖੀ। ਗੁਰੂ ਦੀ ਸੇਵਾ ਔਖੀ ਹੈ।
ਗੁਰੂ ਦੀ ਸੇਵਾ ਔਖੀ ਹੈ, ਜਿਹਨੂੰ ਅਸੀਂ ਗੁਰੂ ਦੀ ਸੇਵਾ ਸਮਝਦੇ ਹਾਂ ਉਹ ਸੇਵਾ ਹੈ ਨਹੀਂ। ਅਸੀਂ ਸੋਚਦੇ ਹਾਂ ਵੀ ਗੁਰਦੁਆਰੇ ਥੋੜਾ ਜਿਹਾ ਚੜਾਵਾ ਚੜਾਉਣ ਦੇ ਨਾਲ ਤੇ ਅਸੀਂ ਅਰਦਾਸ ਕਰਾਂਗੇ ਤੇ ਸਾਡਾ ਕੰਮ ਚੱਲ ਜਾਏਗਾ, ਕਿ ਮੈਂ 10,000 ਗੁਰਦੁਆਰੇ ਚੜਾਵਾਂਗਾ ਤੇ ਮੇਰਾ ਕੇਸ ਜਿੱਤ ਜਾਏ। ਤੇ ਕੇਸ ਕਾਹਦਾ ਹੈ ਜੀ? ਮੈਂ ਆਪਣੇ ਵੱਡੇ ਭਰਾ ਦੀ ਜ਼ਮੀਨ ਦੇ ਉੱਤੇ ਕਬਜ਼ੇ ਦਾ ਕੇਸ ਕੀਤਾ ਹੈ। ਇਹ ਸੇਵਾ ਨਹੀਂ ਹੈ ਕਿ ਭਰਾ ਦੀ 10 ਕਿੱਲੇ ਜ਼ਮੀਨ ਦਿਵਾਣੀ ਹੈ ਤੇ ਰੁਪਈਆ ਲੱਖ ਮੈਂ ਸੁੱਖਿਆ, ਤਾਂ ਇਹ ਸੇਵਾ ਨਹੀਂ ਹੈ। ਇਹ ਸੇਵਾ ਨਹੀਂ ਹੈ। ਸੇਵਾ ਔਖੀ ਹੈ। ਤੇ ਉਹ ਔਖੀ ਕੀ ਹੈ? ਸਿਰ ਦੀਜੈ ਆਪ ਗਵਾਏ। ਸਿਰ ਦੇਣਾ, ਆਪਣਾ ਆਪਾ ਗਵਾਣਾ, ਇਹ ਹੈ ਗੁਰੂ ਦੀ ਸੇਵਾ। ਤੇ ਜੇ ਕੋਈ ਆਪਣਾ ਸਿਰ ਦੇਣ ਲਈ ਤਿਆਰ ਹੈ, ਆਪਣਾ ਆਪਾ ਗਵਾਉਣ ਲਈ ਤਿਆਰ ਹੈ, ਫਿਰ ਜ਼ਿੰਦਗੀ ਬਦਲ ਜਾਏਗੀ। ਸਿਰ ਦੇਣ ਦਾ ਮਤਲਬ ਸਿਰਫ ਇਹ ਨਹੀਂ ਕਿ ਸਿਰ ਵੱਢ ਕੇ ਅੱਗੇ ਰੱਖ ਦੇਣਾ। ਸਿਰ ਦੇਣ ਦਾ ਮਤਲਬ ਆਪਣੀ ਮੱਤ ਛੱਡ ਦੇਣੀ, ਗੁਰੂ ਦੀ ਮੱਤ ਦੇ ਧਾਰਨੀ ਹੋ ਜਾਣਾ, ਆਪਣੀ ਸੋਚ ਛੱਡ ਕੇ ਗੁਰੂ ਦੀ ਸੋਚ ਨੂੰ ਅਪਣਾ ਲੈਣਾ। ਆਪ ਗਵਾਏ ਦਾ ਮਤਲਬ ਆਪਣੇ ਹੰਕਾਰ ਨੂੰ, ਈਗੋ ਨੂੰ ਗਵਾ ਦੇਣਾ। ਤਾਂ ਗੁਰੂ ਦੀ ਸੇਵਾ ਔਖੀ ਹੈ। ਗੁਰੂ ਦੀ ਸੇਵਾ ਜਿਹੜੀ ਹੈ ਕਰਮਕਾਂਡੀ ਨਹੀਂ ਹੈ। ਇੱਥੇ ਆਪਣਾ ਆਪਾ ਤਿਆਗਣਾ ਪੈਂਦਾ ਹੈ, ਇੱਥੇ ਆਪਣੀ ਮੱਤ ਛੱਡਣੀ ਪੈਂਦੀ ਹੈ। ਸ਼ਬਦ ਮਿਲਹਿ ਤਾਂ ਹਰ ਮਿਲੈ, ਸੇਵਾ ਪਵੈ ਸਭ ਥਾਏ। ਜਦੋਂ ਕੋਈ ਜੀਵ ਗੁਰੂ ਦੇ ਸ਼ਬਦ ਵਿੱਚ ਮਿਲ ਜਾਂਦਾ ਹੈ, ਆਪਣੀ ਸੋਚ ਨੂੰ ਗੁਰੂ ਸੋਚ ਵਿੱਚ ਮਿਲਾ ਦਿੰਦਾ ਹੈ, ਤਾਂ ਹਰ ਮਿਲੇ, ਤਾਂ ਰੱਬ ਮਿਲਦਾ ਹੈ। ਦੇਖੋ ਕਿੰਨੇ ਸਪਸ਼ਟ ਅਰਥ ਨੇ ਨਾ। ਸ਼ਬਦ ਮਿਲੇ ਤਾਂ ਹਰ ਮਿਲੇ। ਜਦੋਂ ਕੋਈ ਜੀਵ ਗੁਰੂ ਦੇ ਸ਼ਬਦ ਵਿੱਚ ਮਿਲਦੇ ਨੇ ਤਾਂ ਰੱਬ ਮਿਲਦਾ ਹੈ। ਸੇਵਾ ਪਵੈ ਸਭ ਥਾਏ, ਫਿਰ ਸਾਰੀ ਸੇਵਾ ਕੀਤੀ ਹੋਈ ਪ੍ਰਵਾਨ ਛੱਡ ਜਾਂਦੀ ਹੈ, ਫਿਰ ਸਾਰੀ ਘਾਲਣਾ ਥਾਏ ਪੈ ਜਾਂਦੀ ਹੈ। ਇਸ ਲਈ ਜੋ ਆਮ ਬੰਦਾ ਭੁੱਲ ਕਰ ਰਿਹਾ ਨਾ, ਉਹ ਇਹੀ ਕਰ ਰਿਹਾ ਕਿ ਗੁਰੂ ਦੀ ਪਾਵਨ ਬਾਣੀ ਤੇ ਅਮਲ ਨਹੀਂ ਕਰ ਰਿਹਾ, ਗੁਰੂ ਦੀ ਸੋਚ ਵਿੱਚ ਆਪਣੀ ਸੋਚ ਨੂੰ ਨਹੀਂ ਮਿਲਾ ਰਿਹਾ। ਜਿਸ ਦਿਨ ਗੁਰੂ ਦੀ ਸੋਚ ਵਿੱਚ ਸੋਚ ਮਿਲਾ ਦਿਓਗੇ, ਉਸੇ ਦਿਨ ਤੁਹਾਨੂੰ ਰੱਬ ਮਿਲ ਜਾਏਗਾ। ਕਿਵੇਂ? ਪਾਰਸ ਪਰਸੈ ਪਾਰਸ ਹੋਏ, ਜੋਤੀ ਜੋਤ ਸਮਾਏ। ਇੱਥੇ ਪਾਰਸ ਦਾ ਮਤਲਬ ਹੈ ਪਾਰਸ ਰੂਪ ਗੁਰੂ। ਜਿਵੇਂ ਆਮ ਇੱਕ ਧਾਰਨਾ ਹੈ ਨਾ ਕਿ ਪਾਰਸ ਦੇ ਨਾਲ ਜੇ ਲੋਹਾ ਵਗੈਰਾ ਲਾਈਏ ਤੇ ਉਹ ਸੋਨਾ ਬਣ ਜਾਂਦਾ ਹੈ। ਇੱਥੇ ਸਾਡਾ ਕੋਈ ਮਕਸਦ ਨਹੀਂ ਵੀ ਪਾਰਸ ਹੈ ਜਾਂ ਨਹੀਂ, ਸੋਨਾ ਬਣਦਾ ਹੈ ਜਾਂ ਨਹੀਂ ਬਣਦਾ। ਇੱਕ ਪ੍ਰਚਲਿਤ ਗੱਲ ਹੈ, ਉਹ ਭਾਵੇਂ ਬਣਦਾ ਹੈ ਜਾਂ ਨਹੀਂ ਬਣਦਾ, ਵੱਖਰਾ ਟੌਪਿਕ ਹੈ। ਪਰ ਇੱਥੇ ਪਾਰਸ ਕਿਆ ਹੈ? ਗੁਰੂ ਨੂੰ। ਪਾਰਸ ਪਰਸੈ, ਜੇ ਕੋਈ ਗੁਰੂ ਦੇ ਚਰਨ ਪਰਸ ਲੈ, ਆਪਣਾ ਆਪਾ ਤਿਆਗ ਦੇਵੇ, ਪਾਰਸ ਹੋਏ, ਉਹ ਬੰਦਾ ਵੀ ਪਾਰਸ ਬਣ ਜਾਂਦਾ ਹੈ, ਗੁਰੂ ਦਾ ਰੂਪ ਹੋ ਜਾਂਦਾ ਹੈ। ਤੇ ਯਾਦ ਰੱਖਣਾ, ਗੁਰੂ ਕੀ ਹੈ? ਸ਼ਬਦ। ਤੇ ਸਿੱਖ ਕੀ ਹੈ? ਸੁਰਤ। ਸ਼ਬਦ ਗੁਰੂ, ਸੁਰਤ ਤੋਂ ਚੇਲਾ। ਜੇ ਸਾਡੀ ਸੁਰਤ ਗੁਰੂ ਦੇ ਸ਼ਬਦ ਗਿਆਨ ਨੂੰ ਪਰਸ ਲਵੇ, ਉਹਦੇ ਵਿੱਚ ਜੁੜ ਜਾਏ, ਤਾਂ ਬੰਦਾ ਗੁਰੂ ਰੂਪ ਹੋ ਜਾਂਦਾ ਹੈ। ਜੋਤੀ ਜੋਤ ਸਮਾਏ, ਐਸੇ ਮਨੁੱਖ ਦੀ ਜੋਤ ਪ੍ਰਭੂ ਦੀ ਜੋਤ ਵਿੱਚ ਸਮਾ ਜਾਂਦੀ ਹੈ। ਤੇ ਜੋਤ ਦਾ ਮਤਲਬ ਇਹ ਨਹੀਂ ਕਿ ਦੀਵੇ ਵਰਗੀ ਜੋਤ। ਜੋਤ ਦਾ ਮਤਲਬ ਸੋਚ। ਉਸ ਮਨੁੱਖ ਦੀ ਸੋਚ ਰੱਬ ਦੀ ਸੋਚ ਵਿੱਚ ਸਮਾ ਜਾਂਦੀ ਹੈ ਤੇ ਉਹ ਮਨੁੱਖ ਰੱਬ ਵਰਗਾ ਹੋ ਜਾਂਦਾ ਹੈ। ਇਹਨੂੰ ਰੱਬ ਦੀ ਪ੍ਰਾਪਤੀ ਕਹਿੰਦੇ ਨੇ। ਜਿਨ ਕੋ ਪੂਰਬ ਲਿਖਿਆ, ਤਿਨ ਸਤਿਗੁਰ ਮਿਲਿਆ ਆਏ। ਜਿਨ੍ਹਾਂ ਦੇ ਮਸਤਕ ਤੇ ਪੂਰਬਲੇ ਲੇਖ ਲਿਖੇ ਨੇ, ਚੰਗੇ ਸੰਸਕਾਰ ਲਿਖੇ ਨੇ ਮਿਲਾਪ ਵਾਲੇ, ਉਹਨਾਂ ਨੂੰ ਗੁਰੂ ਆ ਕੇ ਮਿਲ ਪੈਂਦਾ ਹੈ। ਜਿਨ੍ਹਾਂ ਦੇ ਲੇਖ ਲਿਖੇ ਨੇ, ਇਹ ਨਹੀਂ ਕਿ ਲੇਖ ਪਿਛਲੇ ਜਨਮਾਂ ਵਿੱਚ ਲਿਖੇ ਆਏ ਨੇ। ਐਸੇ ਜਨਮ ਵਿੱਚ, ਪੂਰਬ ਦਾ ਮਤਲਬ ਪਿੱਛੇ ਜੋ ਬੀਤ ਗਿਆ ਸਮਾਂ ਹੈ, ਉਸ ਸਮੇਂ ਦੇ ਅੰਦਰ ਜਿਨ੍ਹਾਂ ਦੇ ਵਿੱਚ ਮਿਲਾਪ ਵਾਲੇ ਲੇਖ ਲਿਖੇ ਨੇ, ਉਹਨਾਂ ਨੂੰ ਗੁਰੂ ਮਿਲ ਪੈਂਦਾ ਹੈ। ਤੇ ਜਿਨ੍ਹਾਂ ਨੇ ਵਿਛੋੜੇ ਵਾਲੇ ਲੇਖ ਲਿਖੇ ਨੇ, ਗੁਰੂ ਤੋਂ ਦੂਰ ਚਲੇ ਜਾਂਦੇ ਨੇ। ਇਹ ਲੇਖ ਅਸੀਂ ਆਪ ਲਿਖੇ ਨੇ। ਦੇਖੋ ਹੁਣ ਤੁਸੀਂ, ਅਸੀਂ ਸਾਰੇ ਵੀਰ ਭੈਣਾਂ ਕਲਾਸ ਵਿੱਚ ਬੈਠੇ ਹਾਂ, ਤਾਂ ਸਾਡੇ ਅੰਦਰ ਲੇਖ ਲਿਖੇ ਨੇ। ਲੇਖ ਦਾ ਮਤਲਬ ਸੰਸਕਾਰ ਨੇ ਸ਼ੁਰੂ ਤੋਂ, ਕਿ ਅਸੀਂ ਗੁਰਬਾਣੀ ਨੂੰ ਸਮਝਣਾ ਹੈ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣੀ ਹੈ, ਗੁਰਬਾਣੀ ਬਾਰੇ ਅਸਾਂ ਹੋਰ ਸਿੱਖਣਾ ਹੈ, ਹੋਰ ਜਾਣਨਾ ਹੈ, ਹੋਰ ਜ਼ਿੰਦਗੀ ਚੰਗੀ ਬਣਾਉਣੀ ਹੈ। ਇਹ ਸੰਸਕਾਰ ਹੈ ਨਾ। ਇਹ ਮਿਲਾਪ ਵਾਲੇ ਸੰਸਕਾਰ ਨੇ। ਇਹ ਸਾਨੂੰ ਕਲਾਸ ਵਿੱਚ ਲੈ ਆਏ ਨੇ। ਇਹ ਸੰਸਕਾਰ ਸਾਨੂੰ ਨਿਤਨੇਮ ਕਰਨ ਲਈ, ਗੁਰਬਾਣੀ ਦੇ ਅਰਥ ਪੜ੍ਹਨ ਲਈ, ਗੁਰਦੁਆਰਾ ਸਾਹਿਬ ਜਾਣ ਲਈ, ਸਤਸੰਗ ਵਿੱਚ ਜਾਣ ਲਈ ਪ੍ਰੇਰਦੇ ਨੇ, ਕਿਉਂਕਿ ਇਹ ਸੰਸਕਾਰ ਨੇ।
ਤੇ ਜਿਨ੍ਹਾਂ ਨੇ ਆਪਣੇ ਅੰਦਰ ਇਹ ਵਿਚਾਰ ਪੈਦਾ ਕਰ ਲੈਣੇ, ਉਹ ਗੁਰਦੁਆਰੇ ਜਾਇਆ, ਬਾਣੀ ਪੜਿਆ, ਕੁਛ ਨਹੀਂ ਹੁੰਦਾ, ਅਸੀਂ ਤੇ ਸ਼ਰਾਬ ਪੀਣੀ ਹੈ, ਅਸੀਂ ਤੇ ਫੀਮ ਖਾਣੀ ਹੈ, ਅਸੀਂ ਤੇ ਠੱਗੀਆਂ ਮਾਰਨੀਆਂ ਨੇ, ਜਿਨ੍ਹਾਂ ਨੇ ਉਹ ਵਿਛੋੜੇ ਵਾਲੇ ਸੰਸਕਾਰ ਲਿਖੇ ਨੇ, ਉਹ ਵਿਛੜ ਜਾਂਦੇ ਨੇ, ਠੇਕਿਆਂ ਵੱਲ ਚਲੇ ਜਾਂਦੇ। ਤਾਂ ਜਿਨ੍ਹਾਂ ਨੇ ਬੀਤ ਗਏ ਸਮੇਂ ਅੰਦਰ ਮਿਲਾਪ ਵਾਲੇ ਸੰਸਕਾਰ ਆਪਣੇ ਅੰਦਰ ਲਿਖੇ ਹੁੰਦੇ ਨੇ, ਉਹਨਾਂ ਨੂੰ ਗੁਰੂ ਆ ਮਿਲਦਾ ਹੈ। ਮਨ ਭੁੱਖਾ ਭੁੱਖਾ ਮਤ ਕਰਹਿ, ਮਤ ਤੂੰ ਕਰਹਿ ਪੁਕਾਰ। ਮਤ ਕਰੇ ਦਾ ਮਤਲਬ ਨਾ ਕਰੀ, ਪੁਕਾਰ ਦਾ ਮਤਲਬ ਗਿਲੇ ਗੁਜ਼ਾਰੀਆਂ, ਸ਼ਿਕਵੇ, ਗਿਲੇ। ਭੁੱਖਾ ਭੁੱਖਾ ਦਾ ਮਤਲਬ ਤ੍ਰਿਸ਼ਨਾ, ਤ੍ਰਿਸ਼ਨਾ। ਭੁੱਖਾ ਭੁੱਖਾ ਮਤ ਕਰੇ ਦਾ ਮਤਲਬ ਹੈ ਮੇਰੇ ਮਨ ਹਰ ਵੇਲੇ ਤ੍ਰਿਸ਼ਨਾ ਦੇ ਅਧੀਨ ਨਾ ਟਿਕਿਆ ਰਹੋ। ਹਰ ਵੇਲੇ ਘੱਟ ਘੱਟ ਹੀ ਨਾ ਕਹਿੰਦਾ ਰਹੋ, ਕੋਈ ਮੇਰੇ ਕੋਲ ਆ ਵੀ ਹੈ ਨਹੀਂ, ਆ ਵੀ ਹੈ ਨਹੀਂ, ਉਹ ਵੀ ਹੋਵੇ, ਉਹ ਵੀ ਹੋਵੇ। ਇਹਦਾ ਮਤਲਬ ਇਹ ਨਹੀਂ ਕਿ ਕੁਛ ਪ੍ਰਾਪਤ ਕਰਨ ਲਈ ਬੰਦਾ ਯਤਨ ਨਾ ਕਰੇ। ਗੱਲ ਇਹ ਹੈ ਕਿ ਜੋ ਹੈ ਉਹਦਾ ਆਨੰਦ ਮਾਣ, ਉਹਦਾ ਸ਼ੁਕਰਾਨਾ ਕਰ, ਲੋੜਾਂ ਪੂਰੀਆਂ ਕਰ। ਤ੍ਰਿਸ਼ਨਾ ਇੱਕ ਵੱਖਰੀ ਚੀਜ਼ ਹੈ, ਲੋਭ ਦੇ ਅਧੀਨ ਹੋ ਕੇ ਕਰਮ ਕਰਨੇ ਵੱਖਰੀ ਚੀਜ਼ ਹੈ, ਪਰ ਸੱਚ ਨੂੰ ਆਧਾਰ ਬਣਾ ਕੇ ਸੱਚੀ ਸੁੱਚੀ ਕਿਰਤ ਕਰਨੀ ਇਹ ਵੱਖਰੀ ਚੀਜ਼ ਹੈ। ਤਾਂ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਮੇਰੇ ਮਨਾ ਹਰ ਵੇਲੇ ਤ੍ਰਿਸ਼ਨਾ ਦੇ ਅਧੀਨ ਨਾ ਟਿਕਿਆ ਰਹੋ, ਔਰ ਹਰ ਵੇਲੇ ਗਿਲੇ ਸ਼ਿਕਵੇ ਹੀ ਨਾ ਕਰਦਾ ਰਹੋ। ਆਮ ਬੰਦਾ ਗਿਲਿਆਂ ਸ਼ਿਕਵਿਆਂ ਵਿੱਚ ਜੀ ਰਿਹਾ। ਜਿਵੇਂ ਮੈਂ ਪਹਿਲਾਂ ਵੀ ਬੜੀ ਵਾਰ ਬੇਨਤੀ ਕੀਤੀ ਹੈ, ਜੋ ਸੁਖਮਨੀ ਸਾਹਿਬ ਜੀ ਦੇ ਅੰਦਰ ਪਾਵਨ ਅਸ਼ਟਪਦੀ ਨਾ, ਪੂਰੀ ਅਸ਼ਟਪਦੀ ਹੀ ਸ਼ੁਕਰਾਨੇ ਦੀ ਹੈ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ। ਜੇ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ। ਜਦੋਂ ਘਰ ਦੇ ਵਿੱਚ ਪ੍ਰਵੇਸ਼ ਕਰੋ ਤੇ ਸ਼ੁਕਰ ਕਰੋ ਕਿ ਹੇ ਰੱਬਾ, ਸ਼ੁਕਰ ਹੈ ਤੇਰਾ, ਤੂੰ ਮੈਨੂੰ ਰਹਿਣ ਬਸੇਰਾ ਦਿੱਤਾ ਹੈ। ਕੱਪੜੇ ਪਾਓ ਤੇ ਇੱਕ ਵਾਰ ਸ਼ੁਕਰ ਕਰੋ ਕਿ ਸ਼ੁਕਰ ਹੈ ਰੱਬਾ, ਤੂੰ ਮੈਨੂੰ ਤਨ ਢੱਕਣ ਵਾਸਤੇ ਬਸਤਰ ਦਿੱਤੇ ਨੇ, ਮੈਂ ਕਿੰਨਾ ਭਾਗਸ਼ਾਲੀ ਹਾਂ, ਨਹੀਂ ਤੇ ਲੋਕ ਤੇ ਨੰਗੇ ਫਿਰਦੇ ਨੇ। ਰੋਟੀ ਖਾਓ ਤੇ ਰੋਟੀ ਖਾਣ ਤੋਂ ਪਹਿਲਾਂ ਸ਼ੁਕਰੀਆ ਕਰੋ ਕਿ ਸ਼ੁਕਰ ਹੈ ਪ੍ਰਭੂ ਤੇਰਾ, ਮੈਨੂੰ ਆ ਖਾਣ ਵਾਸਤੇ ਪਦਾਰਥ ਮਿਲੇ ਨੇ, ਨਹੀਂ ਤੇ ਲੋਕ ਤੇ ਭੁੱਖੇ ਮਰਦੇ ਨੇ। ਤਾਂ ਜਦੋਂ ਸ਼ੁਕਰ ਕਰੋਗੇ ਤਾਂ ਜੋ ਕੁਝ ਹੈ ਉਹਦੇ ਵਿੱਚ ਸ਼ਾਂਤੀ, ਸੁਖ, ਆਨੰਦ ਮਿਲੇਗਾ। ਤੇ ਜਦੋਂ ਇਹ ਕਹੋਗੇ ਕਿ ਮੈਨੂੰ ਉਹ ਚਾਹੀਦਾ, ਉਹ ਚਾਹੀਦਾ, ਜੋ ਕੁਝ ਕੋਲ ਹੈ ਉਹਦਾ ਆਨੰਦ ਨਹੀਂ ਮਾਣ ਪਾਓਗੇ। ਲੱਖ 84 ਜਿਨ ਸ੍ਰੀ ਸਬਸੈ ਦੇ ਆਧਾਰ। ਲੱਖ 84 ਦਾ ਮਤਲਬ ਜਿੰਨੇ ਵੀ ਆ ਜੀਵ ਜੰਤ ਪ੍ਰਭੂ ਨੇ ਪੈਦਾ ਕੀਤੇ ਨੇ, ਸ੍ਰਿਸ਼ਟੀ ਪੈਦਾ ਕੀਤੀ ਹੈ, ਸਾਰਿਆਂ ਨੂੰ ਪ੍ਰਭੂ ਆਧਾਰ ਦੇ ਰਿਹਾ ਹੈ, ਸਾਰਿਆਂ ਨੂੰ ਆਸਰਾ ਦੇ ਰਿਹਾ ਹੈ, ਸਾਰਿਆਂ ਨੂੰ ਜੀਵਨ ਦਾ ਆਧਾਰ ਦਿੱਤਾ ਹੋਇਆ ਹੈ। ਜਿਹੜੇ ਜਲਚਰ ਨੇ, ਥਲਚਰ ਨੇ, ਉਭੇਚਰ ਨੇ ਜਾਂ ਨਭਚਰ ਨੇ, ਸਾਰਿਆਂ ਨੂੰ ਆਸਰਾ ਮਿਲਿਆ ਨਾ। ਆਕਾਸ਼ ਵਿੱਚ ਰਹਿਣ ਵਾਲੇ ਜੀਵ ਜੰਤਾਂ ਦਾ ਸਿਸਟਮ ਉਸੇ ਤਰ੍ਹਾਂ ਬਣਿਆ ਹੈ। ਪਾਣੀ ਵਿੱਚ ਰਹਿਣ ਵਾਲੇ ਜੀਵ ਜੰਤਾਂ ਦਾ ਸਿਸਟਮ, ਪਾਣੀ ਵਿੱਚ ਉਹਨਾਂ ਨੂੰ ਖੁਰਾਕ ਮਿਲ ਰਹੀ ਹੈ। ਧਰਤੀ ਤੇ ਰਹਿਣ ਵਾਲੇ, ਉਹਨਾਂ ਨੂੰ ਖੁਰਾਕ ਮਿਲ ਰਹੀ ਹੈ। ਕੁਛ ਐਸੇ ਜੀਵ ਨੇ ਜੋ ਧਰਤੀ ਤੇ ਵੀ ਰਹਿ ਸਕਦੇ ਨੇ, ਪਾਣੀ ਵਿੱਚ ਵੀ, ਉਹਨਾਂ ਨੂੰ ਵੀ ਸਾਰਿਆਂ ਨੂੰ ਆਸਰਾ ਮਿਲਿਆ ਹੋਇਆ, ਸਾਰਿਆਂ ਨੂੰ ਆਧਾਰ ਮਿਲਿਆ। ਪਹਿਲੀ ਗੱਲ। ਦੂਜੀ ਗੱਲ, ਆਤਮਿਕ ਜ਼ਿੰਦਗੀ ਜੀਣ ਵਾਸਤੇ, ਖੁਸ਼ੀ ਵਾਸਤੇ ਜੇ ਕੋਈ ਆਸਰਾ ਚਾਹੁੰਦਾ ਹੈ ਤੇ ਰੱਬ ਨੇ ਉਹ ਆਸਰਾ ਹਰ ਇੱਕ ਨੂੰ ਪਹਿਲਾਂ ਹੀ ਦਿੱਤਾ ਹੋਇਆ ਹੈ। ਮੰਗਣ ਦੀ ਲੋੜ ਨਹੀਂ, ਉਹਨੂੰ ਵਰਤਣ ਦੀ ਲੋੜ ਹੈ। ਜਿਵੇਂ ਮੈਂ ਰੋਜ਼ ਬੇਨਤੀ ਕਰ ਰਿਹਾ, ਸੱਚਾਈ, ਦਇਆ, ਧਰਮ, ਧੀਰਜ, ਸਾਰੇ ਗੁਣ ਰੱਬ ਨੇ ਦਿੱਤੇ ਹੋਏ ਨੇ, ਤੇ ਇਹਨਾਂ ਗੁਣਾਂ ਦੇ ਆਸਰੇ ਅਸੀਂ ਖੁਸ਼ੀ, ਆਨੰਦ ਮਾਣ ਸਕਦੇ ਹਾਂ। ਤਾਂ ਫਿਰ ਮਾਣੋ, ਰੱਬ ਨੇ ਤੇ ਪਹਿਲਾਂ ਹੀ ਆਧਾਰ ਦਿੱਤਾ ਹੋਇਆ ਖੁਸ਼ੀ ਦਾ। ਸੱਚੇ ਹੋ, ਦਇਆ ਦੇ ਪਾਤਰ ਬਣੋ। ਜਿਵੇਂ ਕਲਾਸ ਸ਼ੁਰੂ ਹੋਣ ਤੋਂ ਪਹਿਲਾਂ ਗੱਲ ਕਰ ਰਹੇ ਸਾਂ ਬੱਚਿਆਂ ਦੀ, ਕਿ ਬੱਚੇ ਕਿੰਨੇ ਚੰਗੇ ਹੁੰਦੇ ਨੇ, ਸੱਚੇ ਹੁੰਦੇ ਨੇ, ਤਾਂ ਐਵੇਂ ਸੱਚ ਨੂੰ ਆਧਾਰ ਬਣਾਓ। ਨਿਰਭਉ ਸਦਾ ਦਇਆਲ ਹੈ, ਸਭਨਾ ਕਰਦਾ ਸਾਰ। ਭੈ ਤੋਂ ਰਹਿਤ ਪ੍ਰਭੂ, ਹਮੇਸ਼ਾ ਹੀ ਦਇਆਵਾਨ ਹੈ, ਦਇਆ ਦਾ ਘਰ ਹੈ, ਸਾਰਿਆਂ ਦੀ ਸੰਭਾਲ ਕਰਦਾ ਹੈ। ਦਇਆਲ ਦਾ ਮਤਲਬ ਦਇਆ ਪਲੱਸ ਆਲੇ ਹੈ। ਆਲੇ ਦਾ ਮਤਲਬ ਘਰ, ਸੋਮਾ। ਦਇਆਲ ਦਾ ਮਤਲਬ ਦਇਆ ਦਾ ਸੋਮਾ। ਰੱਬ ਤੇ ਹੈ ਹੀ ਦਇਆ ਦਾ ਸੋਮਾ, ਤੇ ਦਇਆ ਦੇ ਸੋਮੇ ਦੇ ਵਿੱਚੋਂ ਦਇਆ ਤੇ ਕਦੇ ਨਿਕਲਣੀ ਨਹੀਂ ਨਾ, ਉਥੋਂ ਤੇ ਦਇਆ ਹੀ ਨਿਕਲਣੀ, ਉਥੋਂ ਤੇ ਬਰਸਣੀ ਹੀ ਦਇਆ ਹੈ, ਔਰ ਉਹ ਸਦਾ ਹੀ ਦਿਆਲੂ ਹੈ। ਅਸੀਂ ਉਹਦੀ ਦਇਆ ਦੇ ਪਾਤਰ ਬਣਨਾ ਹੈ। ਜਿੰਨੇ ਮਰਜ਼ੀ ਭਾਂਡੇ ਭਰ ਲਓ ਦਇਆ ਦੇ ਨਾਲ, ਬਰਸ ਰਹੀ ਹੈ ਦਇਆ। ਜਿੰਨੇ ਮਰਜ਼ੀ ਤੁਹਾਡੇ ਅੰਦਰ ਸ਼ੁਭ ਗੁਣ ਨੇ, ਜਿੰਨਾ ਮਰਜ਼ੀ ਉਹਨਾਂ ਨੂੰ ਯੂਜ਼ ਕਰੋ ਤੇ ਆਨੰਦ ਮਾਣੋ, ਸਾਰਿਆਂ ਦੀ ਸਾਰ ਕਰਦਾ। ਨਾਨਕ ਗੁਰਮੁਖ ਬੁੱਝੀਐ, ਪਾਈਐ ਮੋਖ ਦੁਆਰ।
ਗੁਰਮੁਖ ਦਾ ਮਤਲਬ ਗੁਰੂ ਦੇ ਜ਼ਰੀਏ, ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ। ਗੁਰੂ ਦੀ ਸ਼ਰਨ ਪਿਆ ਇਹਨਾਂ ਗੱਲਾਂ ਦੀ ਸਮਝ ਆਉਂਦੀ ਹੈ। ਗੁਰੂ ਦੀ ਸ਼ਰਨ ਪੈਣ ਦਾ ਮਤਲਬ ਗੁਰੂ ਦੀ ਸੋਚ ਨੂੰ ਅਪਣਾਇਆ, ਆਪਣੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਦੇ ਧਾਰਨੀ ਹੋਇਆ, ਯੂਨੀਵਰਸਲ ਟਰੁੱਥ ਨੂੰ ਬੇਸ ਬਣਾਇਆ। ਇਹ ਸਮਝ ਆਉਂਦੀ ਹੈ, ਪਾਈਏ ਮੋਖ ਦੁਆਰ, ਤੇ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਵਿਕਾਰਾਂ ਤੋਂ ਖਲਾਸੀ ਮਿਲ ਜਾਂਦੀ ਹੈ, ਵਿਕਾਰਾਂ ਤੋਂ ਖਲਾਸੀ ਮਿਲ ਜਾਂਦੀ ਹੈ। ਅਗਲਾ ਬਚਨ ਹੈ ਸ੍ਰੀ ਰਾਗ ਮਹਿਲਾ ਤੀਜਾ। ਜਿਨਨੀ ਸੁਣ ਕੇ ਮੰਨਿਆ ਤਿਨਾ ਨਿਜ ਘਰ ਵਾਸ। ਜਿਨ੍ਹਾਂ ਨੇ ਸੁਣ ਕੇ ਮੰਨ ਲਿਆ ਗੁਰੂ ਦੀ ਸਿੱਖਿਆ ਨੂੰ, ਉਹਨਾਂ ਦਾ ਆਪਣੇ ਅੰਤਰ ਆਤਮੇ ਨਿਵਾਸ ਹੋ ਜਾਂਦਾ ਹੈ। ਉਹ ਆਪਣੇ ਅੰਤਰ ਆਤਮੇ ਟਿਕ ਜਾਂਦੇ। ਅੰਤਰ ਆਤਮੇ ਨਿਵਾਸ ਹੋਣ ਦਾ ਮਤਲਬ ਕੀ ਹੈ? ਕਿ ਉਹਨਾਂ ਦਾ ਮਨ ਵਿਕਾਰਾਂ ਵੱਲ ਨਹੀਂ ਭਟਕਦਾ, ਉਹ ਓਵਰ ਥਿੰਕਿੰਗ ਦਾ ਸ਼ਿਕਾਰ ਨਹੀਂ ਹੁੰਦੇ, ਉਹਨਾਂ ਦੇ ਅੰਦਰ ਨੈਗੇਟਿਵਿਟੀ, ਨਕਾਰਾਤਮਕਤਾ, ਇਨਫੀਰੀਓਰਿਟੀ ਕੰਪਲੈਕਸ ਜਾਂ ਸੁਪਰੀਓਰਿਟੀ ਕੰਪਲੈਕਸ ਨਹੀਂ ਆਉਂਦਾ। ਉਹ ਸ਼ੁਭ ਗੁਣਾਂ ਦੇ ਨਾਲ, ਸੱਚਾਈ ਦੇ ਨਾਲ ਜੁੜ ਜਾਂਦੇ ਨੇ। ਕੌਣ? ਜਿਨਨੀ ਸੁਣ ਕੇ ਮੰਨਿਆ, ਜਿਨ੍ਹਾਂ ਨੇ ਸੁਣ ਕੇ ਮੰਨ ਲਿਆ। ਮੰਨਣ ਦਾ ਮਤਲਬ ਜਿਨ੍ਹਾਂ ਨੇ ਅਮਲ ਕੀਤਾ, ਇੰਪਲੀਮੈਂਟ ਕੀਤਾ। ਜਿਨ੍ਹਾਂ ਨੇ ਗੁਰੂ ਦੀ ਪਾਵਨ ਬਾਣੀ ਨੂੰ, ਗੁਰੂ ਦੀ ਸਿੱਖਿਆ ਨੂੰ ਸੁਣ ਕੇ ਅਮਲ ਵਿੱਚ ਲਿਆਂਦਾ, ਉਹਨਾਂ ਦਾ ਨਿਜ ਸਰੂਪ ਅੰਦਰ ਟਿਕਾਣਾ ਹੋ ਗਿਆ। ਉਹ ਫਿਰ ਮੁੜ ਕੇ ਭਟਕਦੇ ਨਹੀਂ ਹਨ। ਗੁਰਮਤੀ ਸਾਲਾਹ ਸੱਚ ਹਰ ਪਾਇਆ ਗੁਣਤਾਸ। ਗੁਣਤਾਸ ਦਾ ਮਤਲਬ ਗੁਣਾਂ ਦਾ ਖਜ਼ਾਨਾ। ਸਾਲਾਹ ਦਾ ਮਤਲਬ ਸਿਫਤ ਸਲਾਹ ਕਰਕੇ। ਗੁਰਮਤੀ ਦਾ ਮਤਲਬ ਗੁਰੂ ਦੀ ਮੱਤ ਅਨੁਸਾਰ, ਗੁਰੂ ਦੀ ਸਿੱਖਿਆ ਅਨੁਸਾਰ ਸਦਾ ਪ੍ਰਭੂ ਦੀ ਸਿਫਤ ਸਲਾਹ ਕਰਕੇ ਉਹਨਾਂ ਨੇ ਗੁਣਾਂ ਦੇ ਖਜ਼ਾਨੇ ਪ੍ਰਭੂ ਨੂੰ ਲੱਭ ਲਿਆ। ਯਾਨੀ ਗੁਰੂ ਦੀ ਸਿੱਖਿਆ ਅਨੁਸਾਰ ਸਦਾ ਪ੍ਰਭੂ ਦੀ ਸਿਫਤ ਸਲਾਹ ਕਰਕੇ ਉਹ ਗੁਣਾਂ ਦੇ ਖਜ਼ਾਨੇ ਪ੍ਰਭੂ ਨੂੰ ਲੱਭ ਲੈਂਦੇ ਨੇ। ਕੌਣ? ਜੋ ਗੁਰੂ ਦੀ ਮੱਤ ਅਨੁਸਾਰ ਚੱਲਦੇ ਨੇ। ਦੇਖੋ, ਹਰ ਸ਼ਬਦ ਵਿੱਚ, ਹਰ ਪੰਕਤੀ ਅੰਦਰ ਸਾਨੂੰ ਇੱਕ ਗੱਲ ਜ਼ੋਰ ਦੇ ਕੇ ਕਹੀ ਜਾ ਰਹੀ ਹੈ ਕਿ ਗੁਰੂ ਦੀ ਮੱਤ ਅਨੁਸਾਰ ਜ਼ਿੰਦਗੀ ਜੀਣੀ ਹੈ, ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਣੀ ਹੈ। ਇਹਨਾਂ ਚੀਜ਼ਾਂ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਨਾ ਹੈ। ਜਿਹੜਾ ਇੰਪਲੀਮੈਂਟ ਕਰੇਗਾ ਉਹ ਪਾਲੇਗਾ। ਸ਼ਬਦ ਰਤੇ ਸੇ ਨਿਰਮਲੇ ਹੋਂ ਸਦ ਬਲਿਹਾਰੈ ਜਾਸ। ਹੋਂ ਦਾ ਮਤਲਬ ਮੈਂ। ਸ਼ਬਦ ਰਤੇ ਦਾ ਮਤਲਬ ਜਿਹੜੇ ਸ਼ਬਦ ਦੇ ਅੰਦਰ ਰੰਗੇ ਗਏ। ਸ਼ਬਦ ਦਾ ਮਤਲਬ ਗੁਰੂ ਦਾ ਉਪਦੇਸ਼। ਸ਼ਬਦ ਵਿੱਚ ਰੰਗੇ ਜਾਣ ਦਾ ਮਤਲਬ ਇਹ ਨਹੀਂ ਕਿ ਇੱਕ ਸ਼ਬਦ ਨੂੰ ਇੰਨੀ ਵਾਰੀ ਪੜ੍ਹੀ ਜਾਓ, ਉਹ ਨਹੀਂ ਹੈ। ਸ਼ਬਦ ਦਾ ਮਤਲਬ ਮੁਕੰਮਲ ਗੁਰੂ ਦੀ ਵਿਚਾਰਧਾਰਾ, ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ ਔਰ ਵਿਵਹਾਰਕ ਤੌਰ ਤੇ ਜੋ ਗੁਰੂ ਦੇ ਗਿਆਨ ਵਿੱਚ ਰੰਗੇ ਹੋਏ ਨੇ, ਜੋ ਮੁਕੰਮਲ ਜ਼ਿੰਦਗੀ ਨੂੰ ਗੁਰਬਾਣੀ ਅਨੁਸਾਰ ਜੀਂਦੇ ਨੇ। ਸੇ ਨਿਰਮਲੇ, ਉਹ ਮੈਲ ਤੋਂ ਰਹਿਤ ਨੇ। ਉਹਨਾਂ ਦੀ ਸੋਚ ਵਿੱਚ ਮੈਲ ਨਹੀਂ ਹੈ। ਜੇ ਉਹ ਰਾਜਨੇਤਾ ਬਣਨਗੇ ਤਾਂ ਉੱਥੇ ਵੀ ਸੱਚੀ ਸੁੱਚੀ ਰਾਜਨੀਤੀ ਕਰਨਗੇ। ਜੇ ਉਹ ਸਮਾਜਿਕ ਜ਼ਿੰਦਗੀ ਜੀਣਗੇ ਤੇ ਉੱਥੇ ਸੱਚੀ ਜ਼ਿੰਦਗੀ, ਉੱਥੇ ਵੀ ਉਹਨਾਂ ਦੇ ਮਿਲਵਰਤਨ ਚ ਮੈਲ ਨਹੀਂ ਹੋਵੇਗੀ। ਬੌਧਿਕ ਤੌਰ ਤੇ ਸਹੀ ਫੈਸਲੇ ਲੈਣਗੇ, ਮਾਨਸਿਕ ਤੌਰ ਤੇ ਉਹਨਾਂ ਦੇ ਅੰਦਰ ਵਿਕਾਰ ਆਦਿਕ ਨਹੀਂ ਹੋਣਗੇ। ਤਾਂ ਗੁਰੂ ਦੇ ਸ਼ਬਦ ਉਪਦੇਸ਼ ਅੰਦਰ ਜੋ ਰੰਗੇ ਗਏ ਨੇ ਉਹ ਮੈਲ ਤੋਂ ਰਹਿਤ ਨੇ। ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ, ਗੁਰੂ ਅਮਰਦਾਸ ਜੀ ਕਹਿ ਰਹੇ ਨੇ। ਤਾਂ ਇਹਦਾ ਮਤਲਬ ਸਾਨੂੰ ਵੀ ਐਸੇ ਲੋਕਾਂ ਦੇ ਨਾਲ ਸੰਗਤ ਕਰਨੀ ਚਾਹੀਦੀ ਹੈ। ਹਿਰਦੈ ਜਿਨ ਕੈ ਹਰ ਵਸੈ ਤਿਤ ਘਟ ਹੈ ਪ੍ਰਗਾਸ। ਘਟ ਦਾ ਮਤਲਬ ਹਿਰਦਾ, ਪ੍ਰਗਾਸ ਦਾ ਮਤਲਬ ਚਾਨਣਾ। ਜਿਨ੍ਹਾਂ ਦੇ ਅੰਦਰ ਪ੍ਰਭੂ ਆਵਸਤ ਹੈ। ਜਿਨ ਹਿਰਦੈ ਜਿਨ ਕੈ ਸੱਚ ਵਸੈ। ਹਿਰਦੇ ਦਾ ਮਤਲਬ ਸੋਚ, ਮੈਂਟੈਲਿਟੀ। ਜਿਨ੍ਹਾਂ ਦੀ ਸੋਚ ਦੇ ਅੰਦਰ ਰੱਬ ਵਸਦਾ ਹੈ, ਤਿਤ ਘਟ ਹੈ ਪ੍ਰਗਾਸ, ਉਹਨਾਂ ਦੇ ਹਿਰਦੇ ਅੰਦਰ ਸਹੀ ਜੀਵਨ ਜਿਉਣ ਦੀ ਸੂਝ ਆ ਜਾਂਦੀ ਹੈ। ਉਹਨਾਂ ਨੂੰ ਗਿਆਨ ਹੋ ਜਾਂਦਾ ਹੈ, ਉਹਨਾਂ ਨੂੰ ਆਤਮਿਕ ਜੀਵਨ ਦੀ ਸੂਝ ਆ ਜਾਂਦੀ ਹੈ, ਸਹੀ ਜ਼ਿੰਦਗੀ ਜੀਣ ਦਾ ਢੰਗ ਆ ਜਾਂਦਾ ਹੈ। ਉਹ ਜਿੱਥੇ ਵੀ ਜਾਣਗੇ ਉੱਥੇ ਸੁਖੀ ਔਰ ਸ਼ਾਂਤ ਰਹਿਣਗੇ। ਮਨ ਮੇਰੇ ਹਰ ਹਰ ਨਿਰਮਲ ਧਿਆਏ। ਹੇ ਮੇਰੇ ਮਨ,
ਜੋ ਹਰੀ ਨਿਰਮਲ ਹੈ, ਮੈਲ ਤੋਂ ਰਹਿਤ ਸ਼ੁੱਧ ਸਰੂਪ ਹੈ, ਉਹਨੂੰ ਧਿਆ, ਉਹਨੂੰ ਯਾਦ ਰੱਖ। ਰੱਬ ਮੈਲ ਤੋਂ ਰਹਿਤ ਗੁਣਾ ਦਾ ਮੁਜੱਸਮਾ ਹੈ, ਉਹਨੂੰ ਯਾਦ ਰੱਖਣਾ ਹੈ। ਉਹਨੂੰ ਯਾਦ ਰੱਖਣ ਦਾ ਮਤਲਬ ਰੱਬ ਰੱਬ ਕਰਨਾ ਨਹੀਂ ਹੈ ਇਕੱਲਾ। ਉਹਨੂੰ ਯਾਦ ਰੱਖਣ ਦਾ ਮੀਨਿੰਗ ਇਹ ਹੈ ਕਿ ਉਹ ਸਾਰਿਆਂ ਦੇ ਵਿੱਚ ਰੱਬ ਵਸਦਾ। ਇਸ ਚੀਜ਼ ਨੂੰ ਯਾਦ ਰੱਖੋ ਕਿ ਜਦੋਂ ਬਿਹੇਵੀਅਰ ਕਰੋ ਨਾ ਦੂਜੇ ਦੇ ਨਾਲ, ਉਦੋਂ ਤੁਹਾਨੂੰ ਯਾਦ ਹੋਣਾ ਚਾਹੀਦਾ ਕਿ ਸਾਹਮਣੇ ਵਾਲੇ ਬੰਦੇ ਵਿੱਚ ਰੱਬ ਹੈ। ਆਪਣੇ ਅੰਦਰ ਰੱਬ ਨੂੰ ਵੇਖੋ, ਮੈਂ ਰੱਬ ਵਰਗਾ ਬਿਹੇਵੀਅਰ ਕਰਨਾ ਹੈ। ਹਰ ਥਾਂ ਦੇ ਉੱਤੇ ਰੱਬ ਵਸ ਰਿਹਾ ਹੈ, ਇਸ ਗੱਲ ਨੂੰ ਯਾਦ ਰੱਖੋ। ਛਲ ਕਪਟ ਨਾ ਕਰੋ, ਤੁਹਾਡੇ ਹਰ ਕਰਮ ਨੂੰ ਵਾਚ ਰਿਹਾ ਨਾ, ਤਾਂ ਐਵੇਂ ਰੱਬ ਨੂੰ ਯਾਦ ਰੱਖ ਜਿਹੜਾ ਮੈਲ ਤੋਂ ਰਹਿਤ। ਤੁਰ ਮਸਤਕ ਜਿਨ ਕੋ ਲਿਖਿਆ, ਸੇ ਗੁਰਮੁਖ ਰਹੇ ਲਿਵ ਲਾਏ। ਲਿਵ ਦਾ ਮਤਲਬ ਲਗਨ ਲਗਾ ਕੇ, ਤੁਰ ਦਾ ਮਤਲਬ ਸ਼ੁਰੂ ਤੋਂ, ਮਸਤਕ ਦਾ ਮਤਲਬ ਮੱਥੇ ਤੇ, ਦਿਮਾਗ ਵਿੱਚ, ਮਨ ਵਿੱਚ, ਸੋਚ ਵਿੱਚ। ਲਿਖਿਆ ਦਾ ਮਤਲਬ ਜਿਨ੍ਹਾਂ ਦੇ ਅੰਦਰ ਸੰਸਕਾਰ ਪੈਦਾ ਹੋਏ ਨੇ, ਜਿਨ੍ਹਾਂ ਨੇ ਆਪਣੇ ਅੰਦਰ ਸੰਸਕਾਰ ਪੈਦਾ ਕੀਤੇ ਨੇ। ਇਹ ਨਿਯਮ ਧੁਰ ਤੋਂ ਹੀ ਚੱਲਿਆ ਆ ਰਿਹਾ ਹੈ ਕਿ ਜਿਨ੍ਹਾਂ ਨੇ ਆਪਣੀ ਸੋਚ ਅੰਦਰ ਸ਼ੁਭ ਸੰਸਕਾਰ ਪੈਦਾ ਕੀਤੇ ਨੇ, ਉਹ ਗੁਰੂ ਦੇ ਜ਼ਰੀਏ ਲਗਨ ਲਗਾਈ ਰੱਖਦੇ ਨੇ ਸ਼ੁਭ ਗੁਣਾਂ ਵਿੱਚ, ਪ੍ਰਭੂ ਦੇ ਅੰਦਰ। ਉਹ ਆਪਣੀ ਸੁਰਤ ਜੋੜੀ ਰੱਖਦੇ ਨੇ ਗੁਰੂ ਦੇ ਰਾਹੀਂ। ਦੇਖੋ, ਗੁਰੂ ਸ਼ਬਦ ਬਾਰ-ਬਾਰ ਆ ਰਿਹਾ ਹੈ, ਯਾਨੀ ਗੁਰੂ ਦੇ ਚਰਨਾਂ ਦੀ ਸ਼ਰਨ ਲੈ ਕੇ ਉਹ ਹਮੇਸ਼ਾ ਹੀ ਰੱਬੀ ਗੁਣਾਂ ਵਿੱਚ ਲਗਨ ਲਗਾਈ ਰੱਖਦੇ ਨੇ। ਧੁਰ ਤੋਂ ਹੀ ਜਿਨ੍ਹਾਂ ਦੇ ਹਿਰਦੇ ਅੰਦਰ, ਸੋਚ ਅੰਦਰ ਸ਼ੁਭ ਸੰਸਕਾਰ ਲਿਖੇ ਗਏ ਨੇ। ਹਰ ਸੰਤੋ ਦੇਖੋ ਨਦਰ ਕਰ, ਨਿਕਟ ਵਸੈ ਭਰਪੂਰ। ਨਦਰ ਕਰ ਦਾ ਮਤਲਬ ਨੀਝ ਲਾ ਕੇ, ਧਿਆਨ ਨਾਲ। ਹਰ ਸੰਤੋ ਦਾ ਮਤਲਬ ਹੈ ਰੱਬ ਦੇ ਪਿਆਰਿਓ, ਹੇ ਰੱਬ ਨੂੰ ਮਿਲਣ ਦੇ ਚਾਹਵਾਨੋ, ਨਦਰ ਕਰ, ਧਿਆਨ ਦੇ ਨਾਲ, ਗਹੁ ਦੇ ਨਾਲ ਵੇਖੋ। ਨਿਕਟ ਵਸੈ, ਰੱਬ ਤੁਹਾਡੇ ਨੇੜੇ ਹੈ, ਹਰ ਇੱਕ ਦੇ ਨੇੜੇ ਹੈ। ਭਰਪੂਰ ਦਾ ਮਤਲਬ ਵਿਆਪਕ ਹੈ, ਸਮਾਇਆ ਹੋਇਆ ਹੈ। ਹੇ ਰੱਬ ਦੀ ਮਿਲਾਪ ਦੇ ਚਾਹਵਾਨ ਸੱਜਣੋ, ਗਹੁ ਦੇ ਨਾਲ ਤੱਕੋ, ਇਮਾਨਦਾਰੀ ਦੇ ਨਾਲ। ਰੱਬ ਚਾਰ ਚੁਫੇਰੇ ਸਮਾਇਆ ਹੋਇਆ ਹੈ ਔਰ ਤੁਹਾਡੇ ਨੇੜੇ ਵਸਦਾ ਹੈ। ਹੁਣ ਦੇਖੋ, ਇਹ ਚੀਜ਼ ਵੇਖਣ ਦੀ ਲੋੜ ਹੈ ਨਾ, ਸਮਝਣ ਦੀ ਲੋੜ ਹੈ, ਸੋਚ ਬਦਲਣ ਦੀ ਲੋੜ ਹੈ, ਕੱਲੀਆਂ ਗੱਲਾਂ ਨਹੀਂ। ਜਿਹੜਾ ਰੱਬ ਨੂੰ ਪਰਿਪੂਰਨ ਸਮਝੇਗਾ, ਗੱਲ ਮੁੜ ਚੁੜ ਕੇ ਫਿਰ ਉੱਥੇ ਆਉਣੀ ਹੈ ਕਿ ਦੂਜਿਆਂ ਨਾਲ ਬਿਹੇਵੀਅਰ ਉਹਦਾ ਰੱਬ ਵਰਗਾ ਹੋਏਗਾ। ਆਪਣੇ ਅੰਦਰ ਰੱਬ ਨੂੰ ਵੇਖੋਗੇ ਤੇ ਰੱਬ ਵਰਗੇ ਤੁਹਾਡੇ ਬੋਲ ਹੋਣੇ ਚਾਹੀਦੇ ਨੇ, ਤੁਹਾਡਾ ਬਿਹੇਵੀਅਰ ਰੱਬ ਵਰਗਾ ਹੋਣਾ ਚਾਹੀਦਾ ਹੈ। ਮੇਰੇ ਬਿਹੇਵੀਅਰ ਤੋਂ, ਮੇਰੇ ਬੋਲਾਂ ਤੋਂ, ਮੇਰੀ ਸੋਚ ਤੋਂ, ਮੇਰੀ ਟੋਨ ਤੋਂ ਪਤਾ ਲੱਗੇਗਾ ਕਿ ਬੰਦਾ ਕਿੱਥੇ ਖੜਾ ਹੈ। ਗੁਰਮਤ ਜਿਨੀ ਪਛਾਣਿਆ, ਸੇ ਦੇਖੈ ਸਦਾ ਹਦੂਰ। ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਮੱਤ ਲੈ ਕੇ ਉਸ ਭਰਪੂਰ ਵਸਤੇ ਪ੍ਰਭੂ ਨੂੰ ਪਛਾਣ ਲਿਆ, ਸਮਝ ਲਿਆ, ਸੇ ਦੇਖੈ ਸਦਾ ਹਦੂਰ। ਉਹ ਪ੍ਰਭੂ ਨੂੰ ਅੰਗ ਸੰਗ ਵੇਖਦੇ ਨੇ, ਉਹ ਹਰ ਥਾਂ ਤੇ ਵਸਦਾ ਵੇਖਦੇ ਨੇ, ਉਹਨਾਂ ਨੂੰ ਦੀਦਾਰ ਹੋ ਰਹੇ ਨੇ। ਪ੍ਰਤੱਖ ਸੰਸਾਰ ਉਹਨਾਂ ਨੂੰ ਰੱਬ ਦਾ ਰੂਪ ਦਿਸ ਰਿਹਾ ਹੈ। ਵਿਸ਼ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ। ਪਰ ਕਿੰਨਾਂ ਨੂੰ ਦਿਸਦਾ ਹੈ, ਕੌਣ ਵੇਂਦੇ ਨੇ? ਗੁਰਮਤ ਜਿਨੀ ਪਛਾਣਿਆ, ਗੁਰੂ ਦੀ ਮੱਤ ਦੇ ਧਾਰਨੀ ਹੋ ਕੇ ਜਿਨ੍ਹਾਂ ਨੇ ਇਸ ਚੀਜ਼ ਨੂੰ ਸਮਝਿਆ ਹੈ, ਜਿਨ੍ਹਾਂ ਨੇ ਰੱਬ ਨੂੰ ਪਛਾਣਿਆ ਹੈ। ਹੁਣ ਅਸੀਂ ਰੱਬ ਨੂੰ ਪਛਾਣਨੇ ਆ ਬਾਬਿਆਂ ਵਾਲੇ ਨੂੰ, ਕਿ ਜਿਹੜਾ ਉੱਤੇ ਕਿਤੇ ਬੈਠਾ ਹੈ। ਗੁਰੂ ਜੀ ਉਹਦੇ ਨਾਲ ਸਾਡੀ ਜਾਣ ਪਛਾਣ ਨਹੀਂ ਕਰਾ ਰਹੇ, ਗੁਰੂ ਜੀ ਸਾਡੀ ਪਹਿਚਾਣ ਕਰਾ ਰਹੇ ਨੇ ਰੱਬ ਦੀ ਡਾਇਰੈਕਟ। ਜੇਤੇ ਔਰਤ ਮਰਦਾਂ ਸਾਜੇ, ਇਹ ਸਭ ਰੂਪ ਤੁਮਹਾਰੇ, ਸਾਰੀਆਂ ਔਰਤਾਂ ਸਾਰੇ ਰੱਬ, ਜੀਵ ਜੰਤ ਪ੍ਰਭੂ, ਇਹ ਤੇਰਾ ਰੂਪ ਨੇ। ਜਿਨ੍ਹਾਂ ਨੇ ਗੁਰੂ ਦੀ ਮੱਤ ਧਾਰਨ ਕੀਤੀ, ਉਹਨਾਂ ਨੇ ਇਸ ਚੀਜ਼ ਨੂੰ ਪਛਾਣ ਲਿਆ ਤੇ ਉਹ ਸਾਰੇ ਥਾਵਾਂ ਤੇ ਫਿਰ ਵੇਖਦੇ ਨੇ, ਭਾਵ ਅਮਲ ਵਿੱਚ ਲਿਆਂਦੇ ਨੇ। ਜਿਨ ਗੁਣ ਤਿੰਨ ਸਦ ਮਨ ਵਸੈ, ਔਗਣਵੰਤਿਆਂ ਦੂਰ। ਔਗਣਵੰਤਿਆ ਨਹੀਂ ਪੜ੍ਹਨਾ, ਬਿੰਦੀ ਲਗਾ ਕੇ ਔਗਣਵੰਤਿਆਂ। ਹੁਣ ਦੇਖੋ ਕਿੰਨਾ ਸੌਖਾ ਅਰਥ ਹੈ। ਜਿਨ ਗੁਣ ਤਿੰਨ ਸਦ ਮਨ ਵਸੈ, ਜਿਨ੍ਹਾਂ ਮਨੁੱਖਾਂ ਨੇ ਗੁਣ ਗ੍ਰਹਿਣ ਕਰ ਲਏ, ਜੋ ਗੁਣਾਂ ਨੂੰ ਇੰਪਲੀਮੈਂਟ ਕਰਦੇ ਨੇ, ਤਿੰਨ ਸਦ ਮਨ ਵਸੇ, ਉਹਨਾਂ ਦੇ ਮਨ ਵਿੱਚ ਹਮੇਸ਼ਾ ਰੱਬ ਵਸਦਾ। ਇਹਦਾ ਮਤਲਬ ਗੁਣਾਂ ਦਾ ਮਨ ਵਿੱਚ ਵਸਣਾ ਹੀ ਰੱਬ ਦਾ ਮਨ ਵਿੱਚ ਵਸਣਾ ਹੈ। ਗੁਣਾਂ ਨੂੰ ਪਾ ਲੈਣਾ ਹੀ ਰੱਬ ਨੂੰ ਪਾ ਲੈਣਾ।
ਗੁਣਾਂ ਵਿੱਚ ਆਪਣੀ ਸੋਚ ਨੂੰ ਮਿਲਾ ਦੇਣਾ ਹੀ ਰੱਬ ਵਿੱਚ ਆਪਣੀ ਸੋਚ ਨੂੰ ਮਿਲਾ ਦੇਣਾ ਹੈ। ਤਾਂ ਜਿਨ੍ਹਾਂ ਮਨੁੱਖਾਂ ਨੇ ਗੁਣ ਗ੍ਰਹਿਣ ਕਰ ਲਏ, ਪ੍ਰਭੂ ਉਹਨਾਂ ਦੇ ਮਨ ਵਿੱਚ ਵਸਦਾ ਹੈ, ਉਹਨਾਂ ਨੂੰ ਪਰਿਪੂਰਨ ਦਿਸਦਾ ਹੈ। ਔਗਣਵੰਤਿਆਂ ਦੂਰ, ਪਰ ਜਿਹੜੇ ਔਗਣ ਵਿਹਾਜੀ ਬੈਠੇ ਨੇ ਉਹਨਾਂ ਵਾਸਤੇ ਦੂਰ, ਉਹ ਦੂਰ ਸਮਝਦੇ ਨੇ। ਐਨੀ ਕੁ ਗੱਲ ਹੈ। ਅਵਗੁਣ ਛੋੜ ਗੁਣਾ ਕੋ ਧਾਵੋ, ਔਗਣਾਰਿਆਂ ਵਾਸਤੇ ਦੂਰ ਹੈ। ਹੁਣ ਜਿਹੜੇ ਝੂਠ ਬੋਲ ਰਹੇ ਨੇ, ਰਿਸ਼ਵਤ ਲੈ ਰਹੇ ਨੇ, ਚੋਰ, ਉਹਨਾਂ ਵਾਸਤੇ ਰੱਬ ਦੂਰ ਹੀ ਹੈ, ਉਹ ਨੇੜੇ ਥੋੜਾ ਸਮਝ ਰਹੇ ਨੇ। ਮਨਮੁਖ ਗੁਣ ਤੈ ਬਾਹਰੇ, ਬਿਨ ਨਾਵੇਂ ਮਰਦੇ ਝੂਰ। ਝੂਰ ਦਾ ਮਤਲਬ ਝੂਰ ਕੇ, ਝੁਰ ਕੇ। ਮਰਦੇ ਦਾ ਮਤਲਬ ਆਤਮਕ ਮੌਤ ਸਹਿੜਦੇ ਨੇ। ਮਨਮੁਖ ਗੁਣ ਤੈ ਬਾਹਰੇ, ਮਨਮੁਖ ਦਾ ਮਤਲਬ ਆਪ ਹੁਦਰੇ ਮਨੁੱਖ, ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਗੁਣਾਂ ਤੋਂ ਸਖਣੇ ਰਹਿੰਦੇ ਨੇ। ਗੁਣ ਤੇ ਬਾਹਰੇ ਦਾ ਮਤਲਬ ਗੁਣਾਂ ਤੋਂ ਸਖਣੇ ਨੇ। ਬਿਨ ਨਾਵੇਂ ਦਾ ਮਤਲਬ ਜਿਹਨੂੰ ਪਹਿਲੋਂ ਗੁਣ ਕਹਿ ਰਹੇ ਨੇ, ਇੱਥੇ ਨਾਮ ਕਹਿ ਰਹੇ ਨੇ। ਬਿਨ ਨਾਵੇਂ, ਬਿਨਾਂ ਗੁਣਾਂ ਤੋਂ ਮਰਦੇ ਝੁਰ ਕੇ ਆਤਮਕ ਮੌਤੇ ਮਰ ਜਾਂਦੇ ਨੇ। ਜੋ ਆਪ ਹੁਦਰੇ ਨੇ ਉਹ ਗੁਣਾਂ ਤੋਂ ਸਖਣੇ ਨੇ, ਬਿਨਾਂ ਗੁਣਾਂ ਤੋਂ ਹੋਣ ਕਰਕੇ ਝੁਰ ਕੇ ਚਿੰਤਾਵਾਂ ਵਿੱਚ ਖਪਦੇ ਆਤਮਕ ਮੌਤੇ ਮਰ ਜਾਂਦੇ ਨੇ। ਜਿਨ ਸ਼ਬਦ ਗੁਰੂ ਸੁਣ ਮੰਨਿਆ, ਤਿਨ ਮਨ ਧਿਆਇਆ ਹਰ ਸੋਏ। ਸ਼ਬਦ ਦਾ ਮਤਲਬ ਸ਼ਬਦ ਦੀ ਰਾਹੀਂ, ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਉਪਦੇਸ਼ ਰਾਹੀਂ ਪ੍ਰਭੂ ਦੇ ਗੁਣਾਂ ਨੂੰ ਸੁਣ ਕੇ ਮੰਨ ਲਿਆ, ਰੱਬੀ ਗੁਣਾਂ ਵਿੱਚ ਆਪਣੇ ਮਨ ਨੂੰ ਜੋੜ ਲਿਆ, ਤਿੰਨ ਮਨ ਧਿਆਇਆ ਹਰ ਸੋਏ, ਉਹਨਾਂ ਨੇ ਸਦਾ ਹੀ ਆਪਣੇ ਮਨ ਵਿੱਚ ਰੱਬ ਨੂੰ ਯਾਦ ਰੱਖਿਆ। ਉਹਨਾਂ ਨੇ ਹਮੇਸ਼ਾ ਰੱਬੀ ਗੁਣਾਂ ਨੂੰ ਆਪਣੇ ਮਨ ਵਿੱਚ ਟਿਕਾਇਆ। ਅਨਦਿਨ ਭਗਤੀ ਰਤਿਆਂ, ਮਨ ਤਨ ਨਿਰਮਲ ਹੋਏ। ਅਨਦਿਨ ਭਗਤੀ ਰਤਿਆਂ ਦਾ ਮਤਲਬ ਜੇ ਦਿਨ ਰਾਤ ਰੱਬੀ ਗੁਣਾਂ ਦੇ ਵਿੱਚ ਰੰਗੇ ਰਹੀਏ। ਭਗਤੀ ਰਤਿਆਂ ਦਾ ਮਤਲਬ ਗੁਣਾਂ ਵਿੱਚ ਰੰਗੇ ਰਹਿਣਾ। ਭਗਤੀ ਦਾ ਮਤਲਬ ਮਾਲਾ ਫੇਰਨੀ ਨਹੀਂ ਹੈ। ਭਗਤੀ ਦਾ ਮਤਲਬ ਸਮਾਧੀ ਲਾਣਾ ਨਹੀਂ ਹੈ। ਭਗਤੀ ਦਾ ਮਤਲਬ ਸੰਸਾਰ ਛੱਡ ਜਾਣਾ ਨਹੀਂ ਹੈ। ਭਗਤੀ ਦਾ ਮਤਲਬ ਰੱਬੀ ਗੁਣਾਂ ਦੇ ਧਾਰਨੀ ਹੋਣਾ। ਅਨਦਿਨ ਭਗਤੀ ਰਤਿਆਂ, ਜੇ ਦਿਨ ਰਾਤ ਰੱਬੀ ਗੁਣਾਂ ਦੇ ਪ੍ਰੇਮ ਵਿੱਚ ਰੰਗੇ ਰਹੀਏ, ਮਨ ਤਾਂ ਨਿਰਮਲ ਹੋਏ, ਫਿਰ ਬੰਦੇ ਦਾ ਮਨ ਵੀ ਔਰ ਤਨ ਵੀ ਪਵਿੱਤਰ ਹੋ ਜਾਂਦਾ ਹੈ। ਮਨ ਪਵਿੱਤਰ ਹੋਣ ਦਾ ਮਤਲਬ ਉਹਦੀ ਸੋਚ ਪਵਿੱਤਰ ਹੋ ਜਾਂਦੀ ਹੈ, ਤੇ ਤਨ ਪਵਿੱਤਰ ਹੋਣ ਦਾ ਮਤਲਬ ਉਹਦੇ ਗਿਆਨ ਇੰਦਰੀ ਪਵਿੱਤਰ ਹੋ ਜਾਂਦੇ ਨੇ, ਉਹਦੇ ਸਰੀਰਕ ਕਰਮ ਜਿਹੜੇ ਨੇ ਨਿਰਮਲ ਹੋ ਜਾਂਦੇ ਨੇ। ਕੂੜਾ ਰੰਗ ਕਸੁੰਭ ਕਾ, ਬਿਨਸ ਜਾਏ ਦੁੱਖ ਰੋਏ। ਕੂੜਾ ਦਾ ਮਤਲਬ ਝੂਠਾ। ਕਸੁੰਭ ਇੱਕ ਫੁੱਲ ਜਿਹਦਾ ਰੰਗ ਸੂਹਾ ਬਹੁਤ ਭੜਕੀਲਾ ਹੁੰਦਾ ਹੈ, ਪਰ ਧੁੱਪ ਜਾਂ ਪਾਣੀ ਦੇ ਨਾਲ ਉਹ ਛੇਤੀ ਫਿੱਕਾ ਪੈ ਜਾਂਦਾ ਹੈ। ਇਸ ਲਈ ਗੁਰਬਾਣੀ ਦੇ ਅੰਦਰ ਜਿਹੜੇ ਮਾਇਕ ਪਦਾਰਥ ਨੇ ਨਾ, ਅਕਾਮ ਕ੍ਰੋਧ ਆਦਿਕ, ਇਹਨਾਂ ਨੂੰ ਕਸੁੰਭੇ ਦੇ ਨਾਲ ਤਸਬੀਹ ਦਿੱਤੀ ਹੈ, ਕਿਉਂਕਿ ਅਕਾਮ ਕ੍ਰੋਧ ਜਿਹੜੇ ਵਿਸ਼ੇ ਵਿਕਾਰ ਨੇ, ਇਹ ਲੱਗਦੇ ਬੰਦੇ ਨੂੰ ਬੜੇ ਚੰਗੇ ਨੇ। ਪਲ ਭਰ ਦਾ ਸੁੱਖ ਮਿਲਦਾ ਹੈ, ਲੇਕਿਨ ਨਾਲ ਹੀ ਵਿੰਸ ਜਾਂਦਾ ਹੈ, ਤੇ ਫਿਰ ਸਾਰੀ ਜ਼ਿੰਦਗੀ ਬੰਦਾ ਦੁਖੀ ਹੁੰਦਾ ਹੈ, ਪਛਤਾਪ ਕਰਦਾ ਹੈ। ਤਾਂ ਕਸੁੰਭੇ ਦਾ ਰੰਗ ਛੇਤੀ ਨਾਸ ਹੋ ਜਾਣ ਵਾਲਾ ਹੁੰਦਾ ਹੈ। ਇਸੇ ਤਰ੍ਹਾਂ ਮਾਇਆ ਦਾ ਸਾਥ ਵੀ 4 ਦਿਨਾਂ ਦਾ ਹੈ, ਸਾਥ ਟੁੱਟ ਜਾਂਦਾ ਹੈ। ਇਹਦੇ ਮੋਹ ਵਿੱਚ ਫਸਿਆ ਮਨੁੱਖ ਦੁਖੀ ਹੋ ਕੇ ਰੋਂਦਾ ਹੈ, ਦੁਖੀ ਹੋ ਕੇ ਰੋਂਦਾ ਹੈ, ਔਰ ਆਤਮਕ ਮੌਤੇ ਮਰ ਜਾਂਦਾ ਹੈ। ਕਿਵੇਂ ਹੈ? ਸਿੰਪਲ ਗੱਲ ਹੈ, ਸਮਝਣ ਵਾਲੀ। ਮੰਨ ਲਓ ਮੈਂ ਗੁੱਸਾ ਕੀਤਾ, ਤੇ ਗੁੱਸਾ ਕਰਕੇ ਕਿਸੇ ਨੂੰ 4 ਬੋਲ ਮਾੜੇ ਬੋਲ ਦਿੱਤੇ ਜਾਂ ਮਾਰ ਕਟਾਈ ਕਰ ਦਿੱਤੀ, ਤਾਂ ਉਹਦਾ ਹੁਣ ਫਲ ਕੀ ਮਿਲੇਗਾ? ਪਲ ਵਾਸਤੇ ਤੇ ਬੜਾ ਚੰਗਾ ਲੱਗਿਆ ਕਿ ਅੱਜ ਮੈਂ ਫਲਾਂ ਬੰਦੇ ਦੀ ਬੜੀ ਬੇਇੱਜ਼ਤੀ ਕੀਤੀ, ਪਰ ਉਸ ਤੋਂ ਬਾਅਦ ਜੇਲ੍ਹ ਹੋ ਗਈ, ਬੜਾ ਪਿਆਰਾ ਰਿਸ਼ਤਾ ਗਵਾ ਲਿਆ। ਕਿੰਨੇ ਅਸੀਂ ਪਿਆਰੇ ਰਿਸ਼ਤੇ ਗਵਾ ਲਏ ਨੇ ਥੋੜੀ ਈਗੋ ਕਰਕੇ। ਰੋਂਦੇ ਨੇ ਨਾ ਬੰਦੇ, ਪਛਤਾਉਂਦੇ ਨੇ। ਤਾਂ ਗੁਰੂ ਜੀ ਕਹਿੰਦੇ ਨੇ ਇਹ ਵਿਕਾਰਾਂ ਦਾ ਰੰਗ ਥੋੜ ਚਿਰਾ ਹੁੰਦਾ ਹੈ, ਇਹ ਸਾਥ ਨਿਭਾਉਣ ਵਾਲਾ ਨਹੀਂ, ਇਹ ਬਿਨਸ ਜਾਂਦਾ ਹੈ, ਛੇਤੀ ਉਤਰ ਜਾਂਦਾ ਹੈ, ਆਖਿਰ ਬੰਦਾ ਫਿਰ ਰੋਂਦਾ ਔਰ ਪਛਤਾਉਂਦਾ ਹੈ। ਜਿਸ ਅੰਦਰ ਨਾਮ ਪ੍ਰਗਾਸ ਹੈ ਉਹ ਸਦਾ ਥਿਰ ਹੋਏ। ਨਾਮ ਦਾ ਮਤਲਬ ਗੁਣ। ਜਿਸ ਮਨੁੱਖ ਦੇ ਹਿਰਦੇ ਅੰਦਰ ਰੱਬੀ ਗੁਣਾਂ ਦਾ ਪ੍ਰਕਾਸ਼ ਹੈ, ਰੱਬੀ ਗੁਣਾਂ ਦਾ ਪ੍ਰਕਾਸ਼ ਹੋਣ ਦਾ ਮਤਲਬ ਜਿਸ ਸੋਚ ਦੇ ਅੰਦਰ ਰੱਬੀ ਗੁਣ ਪ੍ਰਗਟ ਨੇ,
ਸਚਾਈ, ਦਇਆ, ਧਰਮ ਆਦਿਕ ਬੋਲਾਂ ਵਿੱਚ ਵੀ ਨੇ, ਮਨ ਵਿੱਚ ਵੀ ਨੇ, ਬਿਹੇਵੀਅਰ ਵਿੱਚ ਵੀ ਨੇ। ਉਹ ਸਦਾ ਸਦਾ ਥਿਰ ਹੋਏ, ਉਹ ਬੰਦਾ ਹਮੇਸ਼ਾ ਅਡੋਲ ਰਹਿੰਦਾ ਹੈ। ਉਹ ਬੰਦਾ ਫਿਰ ਡੋਲਦਾ ਨਹੀਂ। ਜਿਨ੍ਹਾਂ ਦੇ ਅੰਦਰ ਸੱਚ ਦਾ ਪ੍ਰਕਾਸ਼ ਹੈ, ਜਿਨ੍ਹਾਂ ਦੇ ਅੰਦਰ ਸੱਚ ਪ੍ਰਗਟ ਹੈ, ਰੱਬੀ ਗੁਣ ਪ੍ਰਗਟ ਨੇ, ਉਹ ਫਿਰ ਡੋਲਦੇ ਨਹੀਂ, ਥਿਰ ਨੇ। ਆਰੇ ਨਾਲ ਚੀਰਦੇ ਉਹ ਨਹੀਂ ਡੋਲਣਗੇ। ਉਹਨਾਂ ਨੂੰ ਰੂਹ ਵਿੱਚ ਜਿੰਦਾ ਬਣ ਕੇ ਜਲਾ ਦਿਓ, ਨਹੀਂ ਡੋਲਣਗੇ। ਇਹ ਜਨਮ ਪਦਾਰਥ ਪਾਏ ਕੈ, ਹਰ ਨਾਮ ਨਾ ਚੇਤੈ ਲਿਵ ਲਾਏ। ਲਿਵ ਲਾਏ ਦਾ ਮਤਲਬ ਲਗਨ ਲਾ ਕੇ, ਲਿਵ ਦਾ ਮਤਲਬ ਸਮਾਧੀ ਲਾਣਾ ਨਹੀਂ ਹੈ, ਲਗਨ। ਹਰ ਨਾਮ ਦਾ ਮਤਲਬ ਰੱਬ ਦੇ ਗੁਣ, ਚੇਤੇ ਦਾ ਮਤਲਬ ਯਾਦ ਰੱਖਣਾ। ਇਹ ਜਨਮ ਪਦਾਰਥ ਪਾਏ ਕਿ ਇਹ ਕੀਮਤੀ ਮਨੁੱਖਾ ਜਨਮ ਹਾਸਲ ਕਰਕੇ ਮੂਰਖ ਮਨੁੱਖ ਲਗਨ ਲਾ ਕੇ ਰੱਬੀ ਗੁਣਾਂ ਨੂੰ ਚੇਤੇ ਨਹੀਂ ਰੱਖਦਾ, ਔਗੁਣਾਂ ਨੂੰ ਚੇਤੇ ਰੱਖਦਾ। ਈਰਖਾ ਦਵੈਸ਼ ਚੇਤੇ ਹੈ, ਪਿਆਰ ਚੇਤੇ ਨਹੀਂ, ਮੁਹੱਬਤ ਚੇਤੇ ਨਹੀਂ, ਨਿਰਭੈਤਾ ਚੇਤੇ ਨਹੀਂ। ਤਾਂ ਇਹ ਕੀਮਤੀ ਮਨੁੱਖਾ ਜਨਮ ਪਾ ਕੇ ਮੂਰਖ ਮਨੁੱਖ, ਅਣਜਾਣ ਮਨੁੱਖ ਰੱਬੀ ਗੁਣਾਂ ਨੂੰ ਲਿਵ ਲਾ ਕੇ, ਲਗਨ ਲਗਾ ਕੇ ਚੇਤੇ ਨਹੀਂ ਕਰਦਾ। ਤੇ ਇਹਨੂੰ ਇਸ ਚੀਜ਼ ਬਾਰੇ ਪਤਾ ਨਹੀਂ। ਪੱਗ ਖਿਸਿਆ ਰਹਿਣਾ ਨਹੀਂ, ਅੱਗੇ ਠੌਰ ਨਾ ਪਾਏ। ਪੱਗ ਖਿਸੇ ਦਾ ਮਤਲਬ ਜਦੋਂ ਪੈਰ ਖਿਸਕ ਗਿਆ, ਠੌਰ ਦਾ ਮਤਲਬ ਥਾਂ। ਜਦੋਂ ਪੈਰ ਤਿਲਕ ਗਿਆ, ਫਿਰ ਇਸ ਜਗਤ ਵਿੱਚ ਟਿਕਾਣਾ ਨਹੀਂ ਪਾ ਸਕੇਗਾ, ਰਹਿਣਾ ਨਹੀਂ, ਇੱਥੇ ਟਿਕਾਣਾ ਨਹੀਂ ਮਿਲਣਾ। ਹੁਣ ਪੈਰ ਤਿਲਕਣ ਦਾ ਮਤਲਬ ਕਿ ਜਦੋਂ ਸਰੀਰਕ ਮੌਤ ਆ ਗਈ ਤਾਂ ਕੀ ਬੰਦਾ ਇੱਥੇ ਰਹੇਗਾ? ਬਿਲਕੁਲ ਵੀ ਨਹੀਂ। ਤਾਂ ਬੇਨਤੀ ਕਰਾਂ, ਪੱਗ ਖਿਸਿਆ। ਪੱਗ ਖਿਸੇ ਦਾ ਮਤਲਬ ਜੇ ਪੈਰ ਤਿਲਕ ਗਿਆ। ਪੈਰ ਤਿਲਕਣ ਦਾ ਮਤਲਬ ਜੇ ਸੱਚ ਤੋਂ ਤਿਲਕ ਕੇ ਝੂਠ ਵਾਲੇ ਪਾਸੇ ਡਿੱਗ ਪਏ, ਜੇ ਦਇਆ ਤੋਂ ਤਿਲਕ ਕੇ ਕੁਦਇਆ ਵਾਲੇ ਪਾਸੇ ਜਾ ਪਿਆ, ਜੇ ਪ੍ਰੇਮ ਵੱਲੋਂ ਤਿਲਕ ਗਿਆ ਪੈਰ ਤੇ ਈਰਖਾ ਦਵੈਸ਼ ਵਿੱਚ ਡਿੱਗ ਪਿਆ। ਰਹਿਣਾ ਨਹੀਂ ਦਾ ਮਤਲਬ ਫਿਰ ਆਤਮਿਕ ਜੀਵਨ ਨਹੀਂ ਬਚੇਗਾ। ਜੇ ਗੁਣਾ ਵੱਲੋਂ, ਸੱਚ ਵੱਲੋਂ, ਗੁਰੂ ਦੀ ਪਾਵਨ ਬਾਣੀ ਵੱਲੋਂ ਪੈਰ ਤਿਲਕ ਗਿਆ, ਉਲਟ ਪਾਸੇ ਚਲਾ ਗਿਆ, ਰਹਿਣਾ ਨਹੀਂ, ਤਾਂ ਆਤਮਿਕ ਜੀਵਨ ਨਹੀਂ ਰਹਿਣਾ, ਆਤਮਿਕ ਮੌਤ ਆ ਜਾਏਗੀ। ਆਗੇ ਠੌਰ ਨਾ ਪਾਏ। ਆਗੇ ਦਾ ਮਤਲਬ ਭਵਿੱਖ ਦੇ ਅੰਦਰ ਸੁੱਖਾਂ ਵਾਸਤੇ ਥਾਂ ਨਹੀਂ ਮਿਲੇਗੀ, ਟਿਕਾਵ ਨਹੀਂ ਮਿਲੇਗਾ। ਜੇ ਅਸੀਂ ਕੱਲ ਨੂੰ ਸੁੱਖ ਪਾਣਾ ਚਾਹੁੰਦੇ ਹਾਂ ਨਾ, ਤਾਂ ਸਾਨੂੰ ਅੱਜ ਨੂੰ ਚੰਗਾ ਬਿਤਾਉਣਾ ਚਾਹੀਦਾ ਹੈ। ਜੇ ਅੱਜ ਤੁਸੀਂ ਖੁਸ਼ੀਆਂ ਭਰਿਆ ਬਿਤਾਓਗੇ, ਕੱਲ ਤੁਹਾਡਾ ਖੁਸ਼ੀਆਂ ਭਰਿਆ ਹੋਏਗਾ। ਜੇ ਵਰਤਮਾਨ ਨੂੰ ਸੁਧਾਰ ਲੋਗੇ, ਭਵਿੱਖ ਸੁਧਰ ਜਾਏਗਾ। ਜੋ ਬੀਤ ਗਿਆ ਸਮਾਂ ਨਾ, ਉਹਦੇ ਵਿੱਚ ਜੋ ਅਸੀਂ ਚੰਗੇ ਕੰਮ ਕੀਤੇ ਨੇ, ਉਹਨਾਂ ਦਾ ਸਾਨੂੰ ਪਛਤਾਵਾ ਨਹੀਂ, ਉਹਨਾਂ ਦੀ ਖੁਸ਼ੀ ਹੈ। ਪਛਤਾਵਾ ਉਹਨਾਂ ਕੰਮਾਂ ਦਾ ਹੈ ਜਿਨ੍ਹਾਂ ਕਰਕੇ ਸਾਡਾ ਕੋਈ ਨੁਕਸਾਨ ਹੋਇਆ ਹੈ, ਜੋ ਅਸੀਂ ਬੁਰਾ ਕੀਤਾ ਹੈ, ਉਹਦਾ ਪਛਤਾਵਾ ਹੈ। ਇਸੇ ਤਰ੍ਹਾਂ ਜੇ ਅੱਜ ਜਿਹੜਾ ਹੈ ਨਾ, ਅੱਜ ਇਹ ਨਹੀਂ ਸਾਡਾ ਭੂਤਕਾਲ ਬਣਨਾ ਹੈ। ਜੇ ਅੱਜ ਚੰਗੇ ਕੰਮ ਕਰੋਗੇ ਨਾ, ਤਾਂ ਜਦੋਂ ਅੱਜ ਕੱਲ ਬਣ ਜਾਏਗਾ ਤਾਂ ਇਹਦਾ ਸਾਨੂੰ ਪਛਤਾਵਾ ਨਹੀਂ ਹੋਵੇਗਾ। ਤੇ ਜੇ ਅੱਜ ਚੰਗਾ ਗੁਜ਼ਾਰੋਗੇ, ਜਿਹੜਾ ਆਉਣ ਵਾਲਾ ਕੱਲ ਅੱਜ ਬਣੇਗਾ ਤਾਂ ਖੁਸ਼ੀ ਹੋਏਗੀ। ਇਸ ਲਈ ਪੱਗ ਖਿਸਿਆ ਰਹਿਣਾ ਨਹੀਂ। ਜੋ ਸੱਚ ਵੱਲੋਂ ਪੈਰ ਖਿਸਕਾ ਬੈਂਦੇ ਨੇ, ਉਹਨਾਂ ਦਾ ਆਤਮਿਕ ਜੀਵਨ ਨਹੀਂ ਬਚਦਾ। ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਅੰਦਰ ਵੀ ਖੁਸ਼ੀ ਨਹੀਂ ਮਿਲਦੀ। ਉਹ ਵੇਲਾ ਹੱਥ ਨਾ ਆਵਈ, ਅੰਤ ਗਿਆ ਪਛਤਾਏ। ਉਹ ਵੇਲਾ ਹੁਣ ਬੀਤਿਆ ਹੱਥ ਨਹੀਂ ਆਉਂਦਾ। ਜੋ ਅਸੀਂ ਪਿੱਛੇ ਗਲਤੀਆਂ ਕਰ ਚੁੱਕੇ ਹਾਂ, ਜੇ ਅਸੀਂ ਚਾਹੀਏ ਉਹ ਸਮਾਂ ਵਾਪਸ ਆ ਜਾਏ, ਤੇ ਕੀ ਉਹ ਵਾਪਸ ਆ ਜਾਏਗਾ? ਹੁਣ ਮੈਂ ਮੰਨ ਲਓ 10ਵੀਂ ਵਿੱਚ ਪੜ੍ਹਾਈ ਛੱਡੀ ਕਿਸੇ ਵੀ ਕਾਰਨ ਕਰਕੇ, ਤੇ ਜੇ ਮੈਂ ਚਾਹਾਂ ਕਿ ਸੰਨ 76 ਵਾਪਸ ਆ ਜਾਏ ਤੇ ਮੈਂ ਅੱਗੇ 11ਵੀਂ 'ਚ ਦਾਖਲਾ ਲੈ ਲਵਾਂ, ਐਵੇਂ ਹੋ ਸਕਦਾ? ਬਿਲਕੁਲ ਵੀ ਨਹੀਂ ਨਾ ਹੋਣਾ। ਜੋ ਮੈਂ ਕਿਸੇ ਨਾਲ ਬਿਹੇਵੀਅਰ ਗਲਤ ਕਰ ਬੈਠਾ ਤੇ ਉਸ ਗਲਤ ਬਿਹੇਵੀਅਰ ਕਰਕੇ ਮੇਰੇ ਰਿਸ਼ਤੇ ਨਾਤੇ ਟੁੱਟ ਗਏ ਨੇ, ਤੇ ਮੈਂ ਕਹਾਂ ਕਿ ਉਸ ਸਮਾਂ ਵਾਪਸ ਆ ਜਾਏ ਤੇ ਮੈਂ ਗਲਤੀ ਸੁਧਾਰਾਂ, ਕਿਵੇਂ ਸੁਧਾਰਾਂ? ਤਾਂ ਇਸ ਤਰ੍ਹਾਂ ਬੀਤਿਆ ਹੋਇਆ ਸਮਾਂ ਹੱਥ ਨਹੀਂ ਆਉਂਦਾ। ਅੰਤ ਗਿਆ ਪਛਤਾਏ। ਜੋ ਬੰਦਾ ਮਾੜੇ ਕਰਮ ਕਰਦਾ ਹੈ, ਆਖਿਰ ਪਛਤਾਉਂਦਾ ਹੋਇਆ ਇਸ ਦੁਨੀਆ ਨੂੰ ਛੱਡ ਜਾਂਦਾ ਹੈ, ਆਤਮਿਕ ਮੌਤ ਤੇ ਮਰ ਜਾਂਦਾ ਹੈ। ਜਿਸ ਨਦਰ ਕਰੇ ਸੋ ਉਬਰੈ, ਹਰ ਸੇਤੀ ਲਿਵ ਲਾਏ। ਜਿਸ ਤੇ ਪ੍ਰਭੂ ਰਹਿਮਤ ਕਰਦਾ ਹੈ, ਜੋ ਰਹਿਮਤ ਦਾ ਪਾਤਰ ਬਣਦਾ ਹੈ, ਉਹ ਪ੍ਰਭੂ ਦੇ ਨਾਲ ਲਗਨ ਲਗਾਉਂਦਾ ਹੈ, ਉਹ ਪ੍ਰਭੂ ਦੇ ਗੁਣਾਂ ਦੇ ਨਾਲ ਪ੍ਰੇਮ ਪਾਉਂਦਾ ਹੈ। ਦੇਖਾ ਦੇਖੀ ਸਭ ਕਰੇ, ਮਨਮੁਖ ਬੂਝ ਨਾ ਪਾਏ।
ਇਹਨੂੰ ਦੇਖਾ ਨਹੀਂ ਬੋਲਣਾ, ਦੇਖਾ ਦੇਖੀ। ਦੇਖਾ ਦੇਖੀ ਦਾ ਮਤਲਬ ਹੋਰਨਾਂ ਨੂੰ ਵੇਖ ਕੇ ਵਿਖਾਵੇ ਦੀ ਖਾਤਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜੀਵਨ ਦੀ ਸਹੀ ਸੂਝ ਨਹੀਂ, ਉਹਨੂੰ ਮਨਮੁਖ ਬੂਝ ਨਾ ਪਾਏ, ਉਹਨੂੰ ਜੀਵਨ ਦੀ ਸਹੀ ਸਮਝ ਨਹੀਂ ਪੈਂਦੀ। ਦੇਖਾ ਦੇਖੀ ਸਭ ਕਰੇ, ਪਰ ਲੋਕ ਵਿਖਾਵੇ ਦੀ ਖਾਤਰ ਸਾਰੇ ਕੰਮ ਕਰੀ ਜਾਂਦਾ ਹੈ। ਸਾਰੇ ਕੰਮ ਵਿਖਾਵੇ ਦੀ ਖਾਤਰ ਕਰੀ ਜਾਂਦਾ ਹੈ। ਕਿਸੇ ਨੂੰ ਪੁੱਛੋ ਵੀ ਆ ਬਿਜਲੀ ਵੀ ਹੈ, ਏਡੇ ਏਡੇ ਵੱਡੇ ਬਲਬ ਨੇ, ਤੇ ਜੋਤ ਤੁਸੀਂ ਕਿਉਂ ਜਗਾਈ ਨਾਲ? ਸਾਡੇ ਬਜ਼ੁਰਗ ਜਗਾਉਂਦੇ ਸਨ। ਵਰਤ ਕਿਉਂ ਰੱਖ ਰਹੇ ਹੋ? ਸਾਡੀ ਬੇਬੇ ਰੱਖਦੀ ਸੀ। ਆ ਤੀਰਥਾਂ ਤੇ ਕਿਉਂ ਨਹਾ ਰਹੇ ਹੋ? ਸਾਡੇ ਵੱਡੇ ਕਹਿੰਦੇ ਸਨ। ਤੁਸੀਂ ਆ ਚੇਤਰ ਦੇ ਮਹੀਨੇ ਵਿੱਚ ਕੰਧਾਂ ਦੇ ਉੱਤੇ ਗੋਹਾ ਕਿਉਂ ਲਿੰਬਦੇ ਹੋ? ਅੱਜ ਕੱਲ ਵੈਸੇ ਛੱਡ ਗਏ ਬਹੁਤੇ, ਕਿਉਂਕਿ ਇਸ ਤਰ੍ਹਾਂ ਆਂਦੇ ਨੇ ਵੀ ਧਨ ਜਿਹੜਾ ਬੜਾ ਆਉਂਦਾ ਹੈ। ਸਾਡੀ ਬੇਬੇ ਆਂਦੀ ਹੁੰਦੀ ਸੀ, ਫਲਾਂ ਬੰਦਾ ਕਹਿੰਦਾ ਸੀ, ਢਿੰਗੜਾ ਕਹਿੰਦਾ ਸੀ, ਉਹ ਕਹਿੰਦਾ। ਵੇਖਾ ਵੇਖੀ ਕਰੀ ਜਾ ਰਹੇ ਨੇ, ਲੇਕਿਨ ਉਹਦੀ ਅਸਲੀਅਤ ਨੂੰ ਨਹੀਂ ਜਾਣਦੇ। ਵੇਖਾ ਵੇਖੀ ਫੁੱਲ ਚੁੱਕ ਕੇ ਕੀਰਤਪੁਰ ਪਾ ਰਹੇ ਆ, ਲੇਕਿਨ ਇਹ ਤੁਸੀਂ ਬੋਲੋਗੇ ਤੇ ਤੁਹਾਡੇ ਲੋਕ ਖਿਲਾਫ ਤੁਹਾਡੀਆਂ ਲੱਤਾਂ ਬਾਹਾਂ ਤੋੜ ਸਕਦੇ ਨੇ। ਤੇ ਜੇ ਪੁੱਛੋ ਵੀ ਕਿਉਂ ਪਾ ਰਹੇ ਹੋ, ਇਹਦਾ ਲਾਭ ਕੀ ਹੈ? ਕਿਉਂਕਿ ਬਾਕੀ ਪਾਉਂਦੇ ਆ ਰਹੇ ਨੇ। ਤਾਂ ਦੇਖਾ ਦੇਖੀ ਸਭ ਕਰੇ, ਮਨਮੁਖ ਬੂਝ ਨਾ ਪਾਏ। ਆਪ ਹੁਦਰੇ ਮਨੁੱਖ ਨੂੰ ਜੀਵਨ ਦੀ ਸਹੀ ਸੂਝ ਨਹੀਂ ਹੁੰਦੀ, ਵਿਖਾਵੇ ਵਾਸਤੇ ਸਾਰੇ ਕਰਮ ਕਰੀ ਜਾਂਦੇ ਨੇ। ਜਿਨ ਗੁਰਮੁਖ ਹਿਰਦਾ ਸ਼ੁੱਧ ਹੈ, ਸੇਵ ਪਈ ਤਿਨ ਥਾਏ। ਗੁਰੂ ਜੀ ਕਹਿੰਦੇ ਨੇ, ਗੁਰੂ ਦੇ ਸਨਮੁਖ ਹੋ ਕੇ ਜਿਨ੍ਹਾਂ ਦਾ ਹਿਰਦਾ ਪਵਿੱਤਰ ਹੋ ਗਿਆ ਹੈ। ਹਿਰਦਾ ਦਾ ਮਤਲਬ ਸੋਚ, ਮੈਂਟੈਲਿਟੀ। ਗੁਰੂ ਦੀ ਸ਼ਰਣੀ ਪੈ ਕੇ ਜਿਨ੍ਹਾਂ ਮਨੁੱਖਾਂ ਦਾ ਹਿਰਦਾ ਪਵਿੱਤਰ ਹੋ ਗਿਆ ਹੈ, ਸੋਚ ਪਵਿੱਤਰ ਹੋ ਗਈ ਹੈ, ਸੇਵ ਪਈ ਤਿਨ ਥਾਏ, ਉਹਨਾਂ ਦੀ ਘਾਲ ਕਮਾਈ ਕੀਤੀ ਥਾਂ ਪੈਂਦੀ ਹੈ, ਕਬੂਲ ਹੁੰਦੀ ਹੈ। ਯਾਨੀ ਉਹ ਘਾਲ ਕਮਾਈ, ਉਹ ਜੀਵਨ ਜੀਵਿਆ ਸਫਲਾ ਹੈ, ਜਿਸ ਜੀਵਨ ਰਾਹੀਂ ਸੋਚ ਪਵਿੱਤਰ ਹੋ ਜਾਏ। ਹਰ ਗੁਣ ਗਾਵੇ, ਹਰ ਨਿਤ ਪੜ੍ਹੇ, ਹਰ ਗੁਣ ਗਾਏ ਸਮਾਏ। ਜਿਹੜੇ ਮਨੁੱਖਾਂ ਦਾ ਫਿਰ ਹਿਰਦਾ ਪਵਿੱਤਰ ਹੋ ਜਾਂਦਾ ਨਾ, ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦੇ ਨੇ, ਉਹ ਹਰੀ ਦੇ ਗੁਣ ਹੀ ਗਾਉਂਦੇ ਨੇ, ਹਰੀ ਦੇ ਗੁਣ ਹੀ ਪੜ੍ਹਦੇ ਨੇ, ਹਰੀ ਦੇ ਗੁਣਾਂ ਨੂੰ ਹੀ ਅਮਲ ਵਿੱਚ ਲਿਆ ਕੇ ਹਰੀ ਦੇ ਗੁਣਾਂ ਵਿੱਚ ਹੀ ਸਮਾ ਜਾਂਦੇ ਨੇ। ਹਰ ਗੁਣ ਗਾਵੇਂ, ਹਰ ਨਿਤ ਪੜ੍ਹੇ, ਹਰ ਗੁਣ ਗਾਏ ਸਮਾਏ। ਉਹ ਹਰੀ ਦੇ ਗੁਣ ਗਾ ਕੇ, ਹਰੀ ਦੇ ਚਰਨਾਂ ਵਿੱਚ ਲੀਨ ਹੋ ਕੇ, ਨਿਤ ਹਰੀ ਦੇ ਗੁਣ ਗਾਉਂਦੇ ਪੜ੍ਹਦੇ, ਰੱਬ ਦੇ ਗੁਣਾਂ ਦੇ ਵਿੱਚ ਹੀ ਸਮਾ ਜਾਂਦੇ ਨੇ। ਸੱਚ ਦੇ ਰੂਪ, ਦਇਆ ਦਾ ਰੂਪ ਹੋ ਜਾਂਦੇ ਨੇ, ਨਿਰਭੈਤਾ ਨਿਰਵੈਰਤਾ ਦਾ ਰੂਪ ਹੋ ਜਾਂਦੇ ਨੇ। ਗੁਣ ਕਹੇ ਗੁਣੀ ਸਮਾਵਣਿਆ, ਗੁਣਾਂ ਦੇ ਧਾਰਨੀ ਹੁੰਦਿਆਂ ਹੁੰਦਿਆਂ ਉਹ ਗੁਣੀ ਪ੍ਰਭੂ ਦਾ ਹੀ ਰੂਪ ਹੋ ਜਾਂਦੇ ਨੇ। ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ, ਜੇ ਨਾਮ ਰਹੇ ਲਿਵ ਲਾਏ। ਤਾਂ ਗੁਰੂ ਜੀ ਕਹਿੰਦੇ ਨੇ, ਹੇ ਨਾਨਕ, ਜਿਹੜੇ ਹਮੇਸ਼ਾ ਪ੍ਰਭੂ ਦੇ ਵਿੱਚ ਲਿਵ ਲਾਈ ਰੱਖਦੇ ਨੇ, ਲਗਨ ਲਾਈ ਰੱਖਦੇ ਨੇ, ਜੋ ਹਮੇਸ਼ਾ ਰੱਬੀ ਰਜਾ ਵਿੱਚ ਤੁਰਦੇ ਨੇ, ਰੱਬੀ ਗੁਣਾਂ ਵਿੱਚ ਜਿਨ੍ਹਾਂ ਦੀ ਲਗਨ ਹੈ, ਤਿਨ ਕੀ ਬਾਣੀ ਸਦਾ ਸੱਚ ਹੈ, ਉਹਨਾਂ ਦੀ ਬੋਲ ਬਾਣੀ ਸੱਚੀ ਹੁੰਦੀ ਹੈ। ਉਹ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ, ਉਹਨਾਂ ਦਾ ਬਚਨ ਹਮੇਸ਼ਾ ਸੱਚਾ ਹੁੰਦਾ ਹੈ। ਤਿਨ ਕੀ ਬਾਣੀ ਸਦਾ ਸੱਚ ਹੈ, ਬਾਣੀ ਦਾ ਮਤਲਬ ਬੋਲ ਬਾਣੀ। ਉਹਨਾਂ ਦੀ ਬੋਲ ਬਾਣੀ ਸੱਚੀ ਹੁੰਦੀ ਹੈ, ਉਹ ਝੂਠ ਨਹੀਂ ਬੋਲਦੇ, ਉਹ ਹਮੇਸ਼ਾ ਸੱਚ ਦੀ ਗੱਲ ਕਰਦੇ ਨੇ। ਜਿਹੜੇ ਪ੍ਰਭੂ ਦੇ ਗੁਣਾਂ ਦੇ ਅੰਦਰ ਲਿਵ ਲਾਈ ਰੱਖਦੇ ਨੇ ਨਾ, ਉਹਨਾਂ ਦੀ ਨਿਸ਼ਾਨੀ ਹੈ ਕਿ ਉਹਨਾਂ ਦੀ ਬੋਲ ਬਾਣੀ ਸੱਚੀ ਹੈ, ਪਿਆਰੀ ਹੈ, ਪੋਜ਼ਿਟਿਵ ਹੈ। ਇਸ ਲਈ ਸਾਡੀ ਬੋਲ ਬਾਣੀ ਸਾਡੇ ਜੀਵਨ ਦਾ ਪਹਿਚਾਨ ਬਣਦੀ ਹੈ। ਆਮ ਤੁਸੀਂ ਇਹ ਪੜ੍ਹਦੇ ਹੋ ਨਾ ਕਿ ਇਹ ਜਿਹੜਾ ਸਰੀਰ ਹੈ ਬੰਦੇ ਦਾ, ਇਹ ਇੱਕ ਦੁਕਾਨ ਹੈ, ਤੇ ਜ਼ੁਬਾਨ ਇਸ ਦੁਕਾਨ ਦਾ ਤਾਲਾ ਹੈ। ਜਦੋਂ ਇਹ ਤਾਲਾ ਖੁੱਲਦਾ ਹੈ, ਜ਼ੁਬਾਨ ਬੋਲਦੀ ਹੈ ਨਾ, ਉਦੋਂ ਪਤਾ ਲੱਗਦਾ ਹੈ ਵੀ ਇਹ ਦੁਕਾਨ ਹੀਰਿਆਂ ਦੀ ਹੈ ਕਿ ਕੋਲਿਆਂ ਦੀ। ਲੱਗ ਜਾਂਦਾ ਨਾ ਪਤਾ, ਜ਼ੁਬਾਨ ਬੋਲਦੀ ਪਤਾ ਲੱਗ ਜਾਂਦਾ ਬੰਦਾ ਕਿੱਥੇ ਖੜਾ। ਰੱਬ ਦੇ ਪਿਆਰੇ ਸੱਚ ਦੀ ਗੱਲ ਕਰਦੇ ਨੇ, ਪਰਉਪਕਾਰ ਦੀ ਗੱਲ ਕਰਦੇ ਨੇ, ਵਿਸ਼ਵ ਸ਼ਾਂਤੀ ਦੀ ਗੱਲ ਕਰਦੇ ਨੇ, ਇਨਸਾਨੀਅਤ ਦੀ ਗੱਲ ਕਰਦੇ ਨੇ, ਪੋਜ਼ਿਟਿਵ ਬੋਲਦੇ ਨੇ, ਸਕਾਰਾਤਮਕ ਬੋਲਦੇ ਨੇ। ਉਹਨਾਂ ਦੀ ਬੋਲ ਬਾਣੀ ਹਮੇਸ਼ਾ ਹਮੇਸ਼ਾ ਸੱਚੀ ਹੁੰਦੀ ਹੈ। ਤਾਂ ਅੱਜ ਦੀ ਵਿਚਾਰ ਜਿਹੜੀ ਹੈ ਉਹ ਮੈਂ ਇੱਥੇ ਸਮਾਪਤ ਕਰਦਾ ਜੀ।